ਵਾਹਿਗੁਰੂ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਨਾ ਤਾਰੋ ਤਾਰਾ ਤਾਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਨ ਉਲਮਾਨੋ ਬ੍ਰਿੰਦ ਮਹਾਨੇ ਬੀਜ ਸਭਾ ਉਮਰਾਓ ਮਹਾਨੇ ਬੈਠਿਓ ਅਵਰੰਗ ਲੈ ਤਹਿ ਗਇਓ ਢਾਬਣ ਖੋਲ ਦਿਖਾਵਤ ਭਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਚਵਰ ਛਤਰ ਸਿੰਘਾਸਣ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਪਾਵਨ ਹਾਜ਼ਰੀ ਵਿੱਚ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਸੰਗਤ ਜੀਓ। ਆਪ ਸਰਬੱਤ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ ਜੋ ਕਿ ਸਤਿਗੁਰਾਂ ਦੀ ਹਾਜ਼ਰੀ ਵਿੱਚ ਸੱਜੇ ਹੋਏ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸੋ ਆਪ ਸਰਬੱਤ ਸੰਗਤ ਰਾਗੀ ਸਿੰਘਾਂ ਦੇ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸੋ ਹੁਣ ਕੁਝ ਸਮਾਂ
ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ, ਜੋ ਕਿ ਆਪਾਂ ਰੋਜ਼ ਹੀ ਲੜੀ ਦੇ ਨਾਲ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਕਰਦੇ ਹਾਂ। ਸੋ ਆਪ ਸਰਬੱਤ ਸੰਗਤ ਨੇ ਪਿੱਛੇ ਸਰਵਣ ਕੀਤਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਕੋਲ ਦਿੱਲੀ ਦੇ ਵਿੱਚ ਗਏ ਹੈ। ਦਿੱਲੀ ਦੇ ਵਿੱਚ ਜਾ ਕਰਕੇ ਔਰੰਗਜ਼ੇਬ ਦੇ ਜੋ ਇਹ ਮਨ ਦੀ ਚਾਹਨਾ ਸੀ, ਇਹ ਇੱਛਾ ਸੀ ਕਿ ਮੈਂ ਵੇਖ ਸਕਾਂ ਕਿ ਗੁਰੂ ਨਾਨਕ ਦੇ ਘਰ ਦੇ ਕੋਲ ਕਿੰਨੀ ਕੁ ਕਰਾਮਾਤ ਹੈ, ਕਿੰਨੀ ਕੁ ਸ਼ਕਤੀ ਹੈ। ਉਹ ਔਰੰਗਜ਼ੇਬ ਨੇ ਪਹਿਲੇ ਦਿਨ ਤੋਂ ਹੀ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਦਿਨ ਬੱਕਰਾ ਭੇਜ ਦਿੱਤਾ, ਦੂਸਰੇ ਦਿਨ ਆਦਮੀ ਨੂੰ ਭੇਜ ਕਰਕੇ ਦੁਬਾਰਾ ਵਾਪਸ ਮੰਗ ਲਿਆ ਕਿ ਦਿਓ। ਉਹ ਬੱਕਰਾ ਜੋ ਮਰ ਚੁੱਕਾ ਸੀ ਰਾਮ ਰਾਏ ਨੇ ਜਿੰਦਾ ਕਰਕੇ ਦਿੱਤਾ। ਫਿਰ ਉਸ ਤੋਂ ਪਿੱਛੋਂ ਇੱਕ ਚੰਗੀ ਸੁੰਦਰ ਪੋਸ਼ਾਕ ਲੈ ਕਰਕੇ ਉਸ ਦੇ ਵਿੱਚ ਜ਼ਹਿਰ ਮਿਲਾ ਕਰਕੇ ਉਹ ਭੇਜੀ ਹੈ। ਆਪਣੇ ਆਦਮੀ ਨੂੰ ਕਿਹਾ ਕਿ ਜਾ ਰਾਮ ਰਾਏ ਨੂੰ ਕੋਲ ਬੈਠ ਕਰਕੇ ਇਹ ਪੋਸ਼ਾਕ ਪਹਿਨਾਵੀਂ। ਉਹਨੇ ਕੋਲ ਬੈਠ ਕਰਕੇ ਪਹਿਨਾਈ। ਕੁਝ ਘੜੀਆਂ ਉੱਥੇ ਬੈਠ ਕਰਕੇ ਉਹ ਉਡੀਕਦਾ ਰਿਹਾ। ਜਦੋਂ ਰਾਮ ਰਾਏ ਨੂੰ ਕੋਈ ਜ਼ਹਿਰ ਦਾ ਅਸਰ ਨਾ ਹੋਇਆ, ਕੋਈ ਫਰਕ ਨਾ ਪਿਆ, ਉਹ ਉੱਥੋਂ ਚੱਲ ਕਰਕੇ ਆਇਆ। ਉਹਨੇ ਔਰੰਗਜ਼ੇਬ ਨੂੰ ਆ ਕਰਕੇ ਦੱਸਿਆ ਕਿ ਬਾਦਸ਼ਾਹ ਸਲਾਮਤ, ਗੁਰੂ ਦੇ ਪੁੱਤਰ ਦੇ ਉੱਤੇ ਕਿਸੇ ਪ੍ਰਕਾਰ ਜ਼ਹਿਰ ਦਾ ਕੋਈ ਅਸਰ ਨਹੀਂ। ਜਿਸ ਤਰ੍ਹਾਂ ਉਹ ਪੋਸ਼ਾਕ ਪਹਿਨਣ ਤੋਂ ਪਹਿਲੋਂ ਆਨੰਦ ਪ੍ਰਸੰਨ ਸੀ, ਖੁਸ਼ ਨਜ਼ਰ ਆ ਰਿਹਾ ਸੀ, ਉਸੇ ਪ੍ਰਕਾਰ ਹੀ ਉਹ ਪੋਸ਼ਾਕ ਪਹਿਨ ਕਰਕੇ ਬਚਨ ਵਿਲਾਸ ਕਰ ਰਿਹਾ ਸੀ। ਕੋਈ ਵੀ ਉਹਦੇ ਚਿਹਰੇ ਤੇ ਜ਼ਹਿਰ ਦਾ ਸ਼ੱਕ ਨਹੀਂ ਸੀ, ਕੋਈ ਜ਼ਹਿਰ ਵਾਲਾ ਨਿਸ਼ਾਨ ਨਹੀਂ ਸੀ। ਉਹਨੂੰ ਨਹੀਂ ਕੋਈ ਫਰਕ ਪਿਆ। ਔਰੰਗਜ਼ੇਬ ਬੜਾ ਹੈਰਾਨ ਹੋਇਆ ਕਿ ਪੋਸ਼ਾਕ ਨੂੰ ਇੰਨੀ ਜ਼ਹਿਰ ਲਾਈ ਗਈ ਸੀ, ਕੋਈ 2 ਘੜੀਆਂ ਵੀ ਨਹੀਂ ਸੀ ਕੱਢ ਸਕਦਾ। ਤੇ ਇਹ ਗੁਰੂ ਦਾ ਪੁੱਤਰ ਬੜੀ ਭਾਰੀ ਸ਼ਕਤੀ ਵਾਲਾ, ਇਹਨੇ ਸ਼ਕਤੀ ਦੇ ਨਾਲ ਜ਼ਹਿਰ ਨੂੰ ਮੇਟ ਦੇਣਾ ਕੀਤਾ ਹੈ। ਉਹਨੇ ਫਿਰ ਕਾਜੀ ਮੁੱਲਾ ਮਲਾਣਿਆਂ ਨੂੰ ਸੱਦਿਆ ਹੈ, ਕਿਹਾ ਹੈ ਕਿ ਗੁਰੂ ਦੇ ਪੁੱਤਰ ਦੇ ਕੋਲ ਬੜੀ ਭਾਰੀ ਕਰਾਮਾਤ ਹੈ, ਬੜੀ ਭਾਰੀ ਸ਼ਕਤੀ ਹੈ। ਤੇ ਉਹ ਮੁੱਲਾ ਮਲਾਣਿਆਂ ਨੂੰ ਔਰੰਗਜ਼ੇਬ ਕਹਿਣ ਲੱਗਾ, ਹੁਣ ਕੀ ਇਹੋ ਜਿਹਾ ਤਰੀਕਾ ਵਰਤੋ ਜਿਸ ਤਰੀਕੇ ਦੇ ਨਾਲ ਜੋ ਰਾਮ ਰਾਇਆ ਬਚ ਨਾ ਸਕੇ, ਇਸ ਦਾ ਧਰਮ ਜੋ ਹੈ ਨਸ਼ਟ ਹੋ ਜਾਵੇ। ਉਹ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਕਿਸੇ ਤਰੀਕੇ ਦੇ ਨਾਲ ਆਪਣੇ ਹੱਥਾਂ ਦਾ ਬਣਿਆ ਹੋਇਆ ਜੋ ਖਾਣਾ ਹੈ ਉਹ ਇਸ ਨੂੰ ਖਵਾ ਦਈਏ, ਫਿਰ ਇਸ ਦਾ ਧਰਮ ਜਿਹੜਾ ਨਸ਼ਟ ਹੋ ਜਾਵੇਗਾ, ਇਸ ਦੀ ਸਾਰੀ ਤਾਕਤ ਖਤਮ ਹੋ ਜਾਵੇਗੀ, ਜਪ ਖਤਮ ਹੋ ਜਾਵੇਗਾ, ਤਪ ਖਤਮ ਹੋ ਜਾਵੇਗਾ, ਇਸ ਦੀ ਸ਼ਕਤੀ ਨਾਸ ਹੋ ਜਾਵੇਗੀ, ਜਾਦੂ ਟੂਣੇ ਜੋ ਇਸ ਦੇ ਕੋਲ ਨੇ ਉਹ ਵੀ ਨਾਸ ਹੋ ਜਾਣਗੇ। ਕਿਉਂ ਕਰਕੇ ਉਹ ਗੁਰੂ ਘਰ ਕੀ ਸ਼ਕਤੀ ਨੂੰ ਜਾਦੂ ਟੂਣੇ ਦੱਸਦੇ ਆ ਔਰੰਗਜ਼ੇਬ ਦੇ ਜੋ ਆਦਮੀ ਹੈ, ਮੁੱਲਾ ਮਲਾਣੇ ਆ। ਉਹ ਕਹਿੰਦੇ ਕਿ ਬਾਦਸ਼ਾਹ ਸਲਾਮਤ ਇਸ ਨੂੰ ਗਾਂ ਦਾ ਹਲਾਲ ਕੀਤਾ ਆ ਮਾਸ ਖਵਾ ਦੇਣਾ ਚਾਹੀਦਾ। ਔਰੰਗਜ਼ੇਬ ਨੇ ਇਸੇ ਪ੍ਰਕਾਰ ਹੀ ਕੀਤਾ। ਗਾਂ ਹਲਾਲ ਕਰਕੇ ਉਸ ਦਾ ਮਾਸ ਜੋ ਸੀ ਰਿੰਨ ਕਰਕੇ ਇੱਕ ਬਰਤਨ ਦੇ ਵਿੱਚ ਪਾ ਲਿਆ। ਆਪਣੇ ਆਦਮੀ ਨੂੰ ਸਿਖਾਇਆ ਕਿ ਜਾ ਗੁਰੂ ਦੇ ਪੁੱਤਰ ਕੋਲ ਲੈ ਕਰਕੇ ਜਾ। ਗੁਰੂ ਦੇ ਪੁੱਤਰ ਦੇ ਕੋਲ ਜਾ ਕਰਕੇ ਉਹਨਾਂ ਦੀ ਵਡਿਆਈ ਕਰੀ, ਉਹਨਾਂ ਦੀ ਉਸਤਤ ਕਰੀ। ਇਹ ਬਚਨ ਕਹੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਜੋ ਹੈ ਸਾਰਿਆਂ ਨੂੰ ਇੱਕ ਸਮਾਨ ਹੈ। ਤੁਸੀਂ ਕਿਸੇ ਪ੍ਰਕਾਰ ਕਿਸੇ ਨਾਲ ਕੋਈ ਫਰਕ ਨਹੀਂ ਰੱਖਦੇ। ਇੱਥੇ ਕੋਈ ਹਿੰਦੂ ਆ ਜਾਵੇ, ਕੋਈ ਮੁਸਲਮ ਆ ਜਾਵੇ, ਕੋਈ ਈਸਾਈ ਆ ਜਾਵੇ, ਕੋਈ ਗਰੀਬ ਆਵੇ, ਕੋਈ ਅਮੀਰ ਆਵੇ, ਤੁਸੀਂ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਅ ਕਰਦੇ ਹੋ, ਸਾਰਿਆਂ ਦੇ ਨਾਲ ਪ੍ਰੇਮ ਕਰਦੇ ਹੋ।
ਤੇ ਬਾਦਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦਾ ਹੈ, ਤੁਹਾਡਾ ਮਰੀਦ ਹੋ ਚੁੱਕਾ ਹੈ। ਇਸ ਤਰ੍ਹਾਂ ਗੁਰੂ ਦੇ ਕੋਲ, ਗੁਰੂ ਦੇ ਪੁੱਤਰ ਦੇ ਕੋਲ ਜਾ ਕਰਕੇ ਉਸਤਤੀ ਦੇ ਬਚਨ ਕਹਿ ਕਰਕੇ, ਵਡਿਆਈ ਦੇ ਬਚਨ ਕਹਿ ਕਰਕੇ ਉਸ ਨੂੰ ਆ ਮੇਰੇ ਵੱਲੋਂ ਜੋ ਭੇਜਿਆ ਮਾਸ ਹੈ ਇਹ ਛਕਾ ਦੇਣਾ ਕਰੀ। ਕਈ ਕਿ ਬਾਦਸ਼ਾਹ ਨੇ ਬੜੇ ਪ੍ਰੇਮ ਦੇ ਨਾਲ, ਬੜੀ ਸੁੱਚ ਪਵਿੱਤਰਤਾ ਦੇ ਨਾਲ, ਬੜੇ ਧਿਆਨ ਦੇ ਨਾਲ ਇਹ ਬਣਾ ਕਰਕੇ ਤੁਹਾਡੇ ਕੋਲ ਭੇਜਿਆ ਹੈ। ਉਹ ਬਾਦਸ਼ਾਹ ਦਾ ਆਦਮੀ ਬਰਤਨ ਦੇ ਵਿੱਚ ਮਾਸ ਲੈ ਕਰਕੇ ਦੇ ਗੁਰੂ ਦੇ ਪੁੱਤਰ ਰਾਮ ਰਾਏ ਦੇ ਕੋਲ ਗਿਆ ਹੈ। ਜਾ ਕਰਕੇ ਔਰੰਗਜ਼ੇਬ ਦੇ ਕਹਿਣ ਦੇ ਅਨੁਸਾਰ ਬੜੀ ਉਸਤਤ ਕੀਤੀ, ਵਡਿਆਈ ਕੀਤੀ, ਕਿਹਾ ਕਿ ਬਾਦਸ਼ਾਹ ਤੁਹਾਡਾ ਮਰੀਦ ਹੋ ਚੁੱਕਾ, ਤੁਹਾਨੂੰ ਨਮਸਕਾਰ ਕਰਦਾ ਸੀ, ਕਹਿੰਦਾ ਸੀ ਮੇਰੇ ਵੱਲੋਂ ਜਾ ਕਰਕੇ ਤੇ ਗੁਰੂ ਦੇ ਪੁੱਤਰ ਨੂੰ ਨਮਸਕਾਰ ਕਰਿਓ। ਬਾਦਸ਼ਾਹ ਦੀ ਨਮਸਕਾਰ ਮਹਾਰਾਜ ਆਪ ਪ੍ਰਵਾਨ ਕਰੋ। ਤੇ ਬਾਦਸ਼ਾਹ ਨੇ ਬੜੇ ਪ੍ਰੇਮ ਦੇ ਨਾਲ, ਆਪ ਸੁੱਚ ਪਵਿੱਤਰਤਾ ਦੇ ਨਾਲ ਇਸ਼ਨਾਨ ਕਰਕੇ, ਬੜੇ ਧਿਆਨ ਦੇ ਨਾਲ ਉਹਨੇ ਆਪ ਜੀ ਦੇ ਵਾਸਤੇ ਖਾਣ ਦੇ ਵਾਸਤੇ ਵਸਤੂ ਭੇਜੀ ਹੈ। ਤੇ ਉਹਨੇ ਮੈਨੂੰ ਕਿਹਾ ਸੀ ਕਿ ਆਪ ਕੋਲ ਬੈਠ ਕਰਕੇ ਦੇ ਤੁਸੀਂ ਛਕਾ ਕਰਕੇ ਆਇਓ, ਸਤਿਕਾਰ ਦੇ ਨਾਲ ਛਕਾਇਓ। ਬਾਦਸ਼ਾਹ ਨੇ ਤੁਹਾਡੇ ਨਾਲ ਬੜਾ ਪ੍ਰੇਮ ਕੀਤਾ, ਤੁਹਾਡਾ ਸਤਿਕਾਰ ਕੀਤਾ, ਮਾਣ ਕੀਤਾ ਹੈ। ਨਹੀਂ ਤੇ ਬਾਦਸ਼ਾਹ ਨੇ ਅਜੇ ਤੱਕ ਆਪਣੇ ਹੱਥਾਂ ਦੇ ਨਾਲ ਕਦੀ ਖਾਣਾ ਤਿਆਰ ਨਹੀਂ ਕੀਤਾ, ਪਰ ਤੁਹਾਡਾ ਪ੍ਰੇਮ ਜਾਣ ਕਰਕੇ ਉਹਨੇ ਆਪ ਤਿਆਰ ਕੀਤਾ ਹੈ, ਤਿਆਰ ਕਰਕੇ ਭੇਜਿਆ। ਤੇ ਤੁਸੀਂ ਹੁਣ ਬਾਦਸ਼ਾਹ ਦਾ ਮਾਣ ਰੱਖੋ। ਇਹ ਜੋ ਬਾਦਸ਼ਾਹ ਨੇ ਤੁਹਾਡੇ ਵਾਸਤੇ ਸਗਾਤ ਭੇਜੀ ਹੈ, ਵਸਤੂ ਭੇਜੀ ਹੈ, ਇਹ ਤੁਸੀਂ ਛਕ ਲੈਣਾ ਕਰੋ। ਜਦੋਂ ਰਾਮ ਰਾਏ ਨੇ ਸਾਰੇ ਬਚਨ ਸੁਣੇ, ਉਹਨੇ ਕਿਹਾ ਕਿ ਬਰਤਨ ਲਿਆ ਕਰਕੇ ਸਾਡੇ ਲਾਗੇ ਰੱਖ ਦੇ ਪਈ। ਬਰਤਨ ਉਹ ਦਰੋਗੇ ਨੇ ਗੁਰੂ ਦੇ ਪੁੱਤਰ ਦੇ ਲਾਗੇ ਰੱਖਿਆ। ਰਾਮ ਰਾਏ ਕਹਿਣ ਲੱਗੇ ਕਿ ਤੂੰ ਆਪ ਆਪਣੇ ਹੱਥਾਂ ਦੇ ਨਾਲ ਇਸ ਦੇ ਉੱਤੋਂ ਢੱਕਣ ਖੋਲ, ਪਰਦਾ ਪਾਸੇ ਕਰ, ਅਸੀਂ ਵੇਖੀਏ ਕਿ ਬਾਦਸ਼ਾਹ ਨੇ ਸਾਡੇ ਵਾਸਤੇ ਕੀ ਭੇਜਿਆ ਹੈ। ਉਹ ਜਦੋਂ ਉਸ ਦਰੋਗੇ ਨੇ ਬੜੇ ਚਾਅ ਦੇ ਨਾਲ, ਬੜੀ ਕਾਹਲੀ ਦੇ ਨਾਲ ਢੱਕਣ ਜਿਹੜਾ ਸੀ ਪਾਸੇ ਕੀਤਾ, ਪਰਦਾ ਹਟਾਇਆ, ਤੇ ਉਸ ਬਰਤਨ ਦੇ ਵਿੱਚ ਫੁੱਲ ਬਣੇ ਹੋਏ ਸੀ, ਬੜੇ ਸੁੰਦਰ ਫੁੱਲ, ਕੁਝ ਖਿੜੇ ਹੋਏ ਤੇ ਕੁਝ ਕਲੀਆਂ ਜੇ ਖਿੜਨ ਵਾਲੇ ਫੁੱਲ ਸੀ। ਢੱਕਣ ਲਾਉਂਦਿਆਂ ਸਾਰੀ ਸੁਗੰਧੀ ਫੈਲ ਗਈ। ਦਰੋਗਾ ਬੜਾ ਹੈਰਾਨ ਹੋਇਆ, ਬਾਰ-ਬਾਰ ਅੱਖਾਂ ਮਲ ਕਰਕੇ ਵੇਖਦਾ ਕਿ ਇਹ ਕੀ ਹੋ ਗਿਆ ਏ। ਮੈਂ ਤੇ ਇਹਨਾਂ ਦੇ ਵਾਸਤੇ ਮਾਸ ਲੈ ਕਰਕੇ ਆਇਆ ਸਾਂ ਤੇ ਇਹ ਫੁੱਲ ਕਿੱਥੋਂ ਨਿਕਲ ਆਏ। ਉਹ ਰਾਮ ਰਾਏ ਨੇ ਗੁਰੂ ਦੀ ਕਿਰਪਾ ਦੇ ਨਾਲ ਜੋ ਮਾਸ ਸੀ ਉਹਨੂੰ ਫੁੱਲਾਂ ਵਿੱਚ ਬਦਲ ਦੇਣਾ ਕੀਤਾ, ਤੇ ਉਹਨੂੰ ਕਿਹਾ ਕਿ ਬਾਦਸ਼ਾਹ ਨੇ ਬੜਾ ਸਾਡੇ ਨਾਲ ਪ੍ਰੇਮ ਕੀਤਾ ਭਾਈ, ਉਹਨੇ ਸਾਡੇ ਵਾਸਤੇ ਫੁੱਲ ਭੇਜੇ ਨੇ, ਅਸੀਂ ਹੁਣ ਫੁੱਲਾਂ ਦੀ ਸੁਗੰਧੀ ਲੈ ਲਈਏ, ਤੂੰ ਇਹ ਵਾਪਸ ਬਾਦਸ਼ਾਹ ਦੇ ਕੋਲ ਲੈ ਜਾਣਾ ਕਰ, ਜਾ ਕਰਕੇ ਸਾਡੇ ਵੱਲੋਂ ਬਾਦਸ਼ਾਹ ਨੂੰ ਫੁੱਲ ਭੇਟਾ ਕਰੀ। ਵੇਖੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਘਰ ਬੁਰਿਆਂ ਦਾ ਵੀ ਭਲਾ ਕਰਦੇ ਨੇ। ਔਰੰਗਜ਼ੇਬ ਨੇ ਤੇ ਧਰਮ ਭ੍ਰਿਸ਼ਟ ਕਰਨ ਦੇ ਵਾਸਤੇ ਹਲਾਲ ਮੀਟ ਭੇਜਿਆ ਏ, ਤੇ ਅੱਗੋਂ ਰਾਮ ਰਾਏ ਜਿਹੜਾ ਬਾਦਸ਼ਾਹ ਦੇ ਵਾਸਤੇ ਫੁੱਲ ਭੇਜ ਰਿਹਾ ਏ। ਜਿਸ ਤਰ੍ਹਾਂ ਕਹਿੰਦੇ ਜਦੋਂ ਕੁਹਾੜਾ ਚੰਦਨ ਨੂੰ ਕੱਟਦਾ ਏ, ਉਹਦੇ ਕੱਟ ਰਿਹਾ ਹੁੰਦਾ ਆਪਣੀ ਸੁਭਾਅ ਦੇ ਅਨੁਸਾਰ, ਮੁੱਢ ਪੁੱਟ ਰਿਹਾ ਹੁੰਦਾ ਹੈ, ਕੱਟ ਰਿਹਾ ਹੁੰਦਾ ਹੈ, ਪਰ ਚੰਦਨ ਜੋ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਵਿਤਕਰਾ ਨਹੀਂ ਕਰਦਾ, ਉਹ ਕੁਹਾੜੇ ਦੇ ਵਿੱਚ ਵੀ ਖੁਸ਼ਬੂ ਭਰ ਦਿੰਦਾ ਹੈ। ਇਹਨੇ ਬਦਬੂ ਵਾਲੀ, ਦੁਰਗੰਧੀ ਵਾਲੀ ਵਸਤੂ ਭੇਜੀ ਸੀ, ਤੇ ਅੱਗੋਂ ਰਾਮ ਰਾਏ ਫੁੱਲ ਭੇਜ ਰਿਹਾ ਰਾਮ ਰਾਏ ਦੇ ਵਾਸਤੇ। ਇਹ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਘਰ ਦੀ ਮਰਜ਼ਾਦਾ। ਬੁਰਿਆਂ ਦਾ ਵੀ ਭਲਾ ਕਰਨਾ, ਬੁਰਿਆਂ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਜਾਣੇ। ਰਾਮ ਰਾਏ ਨੇ ਕਿਹਾ ਕਿ ਇਹ ਬਰਤਨ ਇਸੇ ਪ੍ਰਕਾਰ ਹੀ ਬੰਦ ਕਰ ਲਏ, ਤੇ ਜਾ ਕਰਕੇ ਤੇ ਔਰੰਗਜ਼ੇਬ ਨੂੰ ਸਾਡੇ ਵੱਲੋਂ ਭੇਟਾ ਕਰ ਦੇਣਾ ਕਰੀ। ਉਹ ਬੜਾ ਹੈਰਾਨ ਹੋਇਆ, ਉਹਨੇ ਬਰਤਨ ਜਿਹੜਾ ਸੀ ਉਸੇ ਪ੍ਰਕਾਰ ਹੀ ਬੰਦ ਕੀਤਾ ਹੈ, ਤੇ ਬਰਤਨ ਨੂੰ ਲੈ ਕਰਕੇ ਰਾਮ ਰਾਏ ਦੇ ਕੋਲੋਂ ਚੱਲ ਪਿਆ ਹੈ। ਇੱਥੋਂ ਤੱਕ ਆਪ ਜੀ ਨੇ ਕਥਾ ਕੱਲ ਪਰਸੋਂ ਦੇ ਦਿਹਾੜੇ ਵਿੱਚ ਸਰਵਣ ਕੀਤੀ ਸੀ। ਹੁਣ ਜਿਸ ਤਰ੍ਹਾਂ ਅੱਗੇ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ, ਸਤਿਗੁਰਾਂ ਦੇ ਇਤਿਹਾਸ ਦੀ, ਆਪ ਸਰਬੱਤ ਸੰਗਤ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ।
ਗੱਜ ਕੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਗਾਨ ਉਲਮਾਵਨ ਬ੍ਰਿੰਦ ਮਹਾਨੇ। ਬਹੁਤੇ ਬਾਦਸ਼ਾਹ ਦੇ ਕੋਲ ਜਿੱਥੇ ਉਲਮਾਓ ਕੀਏ ਵਿਦਵਾਨ ਬੈਠੇ ਹੋਏ ਸਨ, ਮੁਲਾਣੇ ਬੈਠੇ ਹੋਏ ਸਨ, ਉਸ ਦੇ ਦਰਬਾਰੀ ਜਿਸ ਜਗ੍ਹਾ ਤੇ ਬੈਠੇ ਹੋਏ ਸਨ, ਬੀਜ ਸਭਾ ਉਮਰਾਓ ਮਹਾਨੇ। ਤੇ ਜੇ ਸਭਾ ਦੇ ਵਿੱਚ ਸੂਬੇਦਾਰ ਤੇ ਉਮਰਾਓ ਉਸ ਤੋਂ ਛੋਟਾ ਅਹੁਦਾ ਹੁੰਦਾ ਹੈ, ਉਹ ਸਾਰੇ ਸਜੇ ਹੋਏ ਸਨ। ਬਾਦਸ਼ਾਹ ਦੇ ਦਰਬਾਰੀ ਜਿੱਥੇ ਬਾਦਸ਼ਾਹ ਦੇ ਕੋਲ ਬੈਠੇ ਹੋਏ ਸਨ, ਸਭਾ ਲੱਗੀ ਹੋਈ ਸੀ। ਬੈਠਿਓ ਅਵਰੰਗ ਲੈ ਤਹ ਗਇਓ। ਜਿੱਥੇ ਔਰੰਗਜ਼ੇਬ ਸਭਾ ਲਾ ਕਰਕੇ ਬੈਠਾ ਹੋਇਆ ਸੀ, ਦਰਬਾਰ ਸਜਾ ਕਰਕੇ ਬੈਠਾ ਹੋਇਆ ਸੀ, ਉਹ ਜੋ ਆਦਮੀ ਰਾਮ ਰਾਏ ਦੇ ਕੋਲ ਹਲਾਲ ਮੀਟ ਲੈ ਕਰਕੇ ਗਿਆ ਸੀ, ਉਹ ਵਾਪਸ ਰਾਮ ਰਾਏ ਦੇ ਕੋਲੋਂ ਫੁੱਲ ਲੈ ਕਰਕੇ ਤੇ ਉੱਥੇ ਪਹੁੰਚ ਗਿਆ। ਔਰੰਗਜ਼ੇਬ ਦੀ ਸਭਾ ਦੀ ਜਿੱਥੇ ਲੱਗੀ ਹੋਈ ਸੀ, ਉੱਥੇ ਜਾ ਕਰਕੇ ਪਹੁੰਚਾ। ਆਪਨ ਖੋਲ ਦਿਖਾਵਤ ਭਇਓ। ਉਸ ਬਰਤਨ ਦਾ ਢੱਕਣ ਖੋਲ ਕਰਕੇ ਤੇ ਉਹਨੇ ਜਾ ਕਰਕੇ ਔਰੰਗਜ਼ੇਬ ਨੂੰ ਵਿਖਾਉਣਾ ਕੀਤਾ। ਇਹ ਕਿਆ ਆਨਿਓ ਤਹੇ ਤੇ ਜਾਏ। ਔਰੰਗਜ਼ੇਬ ਕਹਿੰਦਾ ਵੀ ਤੂੰ ਤੇ ਗੁਰੂ ਦੇ ਪੁੱਤਰ ਦੇ ਵਾਸਤੇ ਆਪਣਾ ਖਾਣਾ ਲੈ ਕਰਕੇ ਗਿਆ ਸਾਂ, ਜੋ ਕਲਮਾ ਪੜ੍ਹ ਕਰਕੇ ਬਣਾਇਆ ਸੀ, ਤੇ ਇਹ ਗੁਰੂ ਦੇ ਪੁੱਤਰ ਦੇ ਕੋਲੋਂ ਤੂੰ ਕੀ ਵਾਪਸ ਲੈ ਕਰਕੇ ਆਇਆ? ਉਸੇ ਬਰਤਨ ਦੇ ਵਿੱਚ ਪਾਇਆ ਹੋਇਆ ਹੈ, ਇਹ ਤੂੰ ਕੀ ਵਾਪਸ ਲੈ ਕਰਕੇ ਆਇਆ ਹੈ? ਕਾਨਾ ਰਹਿਓ ਕੇ ਦਿਓ ਖੁਲਾਏ। ਔਰੰਗਜ਼ੇਬ ਪੁੱਛਦਾ ਕਿ ਜੋ ਗੁਰੂ ਦਾ ਪੁੱਤਰ ਸੀ, ਉਹਨੇ ਖਾਣਾ ਖਾ ਲਿਆ ਆਪਣਾ ਭੇਜਿਆ ਹੋਇਆ, ਜੋ ਆਪਾਂ ਬਣਾ ਕਰਕੇ ਘੱਲਿਆ ਸੀ, ਉਹਨੇ ਖਾਣਾ ਖਾ ਲਿਆ ਕਿ ਜਾਂ ਉਸਨੇ ਸੁੱਟ ਦੇਣਾ ਕੀਤਾ, ਕਿ ਜਾਂ ਤੂੰ ਵਾਪਸ ਲੈ ਆਇਆ ਹੈ? ਇਹ ਸਾਰੀ ਗੱਲ ਤੂੰ ਮੈਨੂੰ ਦੱਸਣਾ ਕਰ। ਸੁਣ ਤਦਰੋਗੇ ਅਰਜ ਬਖਾਨੀ। ਇਹ ਗੱਲ ਔਰੰਗਜ਼ੇਬ ਦੇ ਕੋਲੋਂ ਸੁਣ ਕਰਕੇ ਦਰੋਗਾ ਜੋ ਮਾਸ ਲੈ ਕਰਕੇ ਗਿਆ ਸੀ, ਹਲਾਲ ਦਾ ਮਾਸ, ਉਹ ਔਰੰਗਜ਼ੇਬ ਦੇ ਕੋਲੋਂ ਸੁਣ ਕਰਕੇ ਤੇ ਬੇਨਤੀ ਕਰਨ ਲੱਗਾ, ਦੋਵੇਂ ਹੱਥ ਜੋੜ ਕਰਕੇ ਬਾਦਸ਼ਾਹ ਨੂੰ ਕਹਿਣ ਲੱਗਾ, ਇਨ ਕੀ ਗਤ ਕੁਛ ਜਾਏ ਨਾ ਜਾਨੀ। ਕਹਿਣ ਲੱਗਾ, ਮਹਾਰਾਜ ਜੋ ਗੁਰੂ ਦੇ ਪੁੱਤਰ ਦੀ ਮਰਜ਼ਾਦਾ ਹੈ ਨਾ, ਜੋ ਉਹਨਾਂ ਦੀ ਰੀਤੀ ਹੈ, ਉਹ ਮੇਰੀ ਸਮਝ ਤੋਂ ਬਾਹਰ ਹੈ, ਆਪਾਂ ਨਹੀਂ ਜਾਣ ਸਕਦੇ। ਉਹਨਾਂ ਦੀ ਜੋ ਰੀਤੀ ਹੈ, ਉਹਨਾਂ ਦੀ ਜੋ ਮਰਜ਼ਾਦਾ ਹੈ, ਉਹ ਕਿਸੇ ਪ੍ਰਕਾਰ ਮੈਂ ਨਹੀਂ ਜਾਣ ਸਕਿਆ। ਕਹਿਓ ਆਪ ਕੋ ਸਕਲ ਸੁਨਾਇਓ। ਬਾਦਸ਼ਾਹ ਕਹਿਣ ਲੱਗਾ ਕਿ ਤੂੰ ਜਾ ਕਰਕੇ ਗੁਰੂ ਦੇ ਪੁੱਤਰ ਨੂੰ ਕੀ ਆਖਿਆ ਸੀ? ਕਹਿੰਦਾ, ਮਹਾਰਾਜ ਮੈਂ ਬੜੀ ਵਡਿਆਈ ਕੀਤੀ, ਤੁਹਾਡੇ ਸਾਰੇ ਜਿਹੜੇ ਬਚਨ ਸੀ ਜਾ ਕਰਕੇ ਗੁਰੂ ਦੇ ਪੁੱਤਰ ਨੂੰ ਕਹੇ, ਸਾਰੇ ਜੋ ਤੁਸੀਂ ਮੈਨੂੰ ਸਿਖਾ ਕਰਕੇ ਭੇਜਿਆ ਸੀ, ਬੜੇ ਤਰੀਕੇ ਦੇ ਨਾਲ, ਬੜੇ ਢੰਗ ਦੇ ਨਾਲ ਮੈਂ ਗੁਰੂ ਦੇ ਪੁੱਤਰ ਨੂੰ ਜਾ ਕਰਕੇ ਉਹ ਬਚਨ ਕਹੇ, ਬੜੇ ਧਿਆਨ ਦੇ ਨਾਲ ਗੁਰੂ ਦੇ ਪੁੱਤਰ ਨੇ ਬਚਨ ਜਿਹੜੇ ਸੀ ਮੇਰੇ ਸੁਣੇ। ਤੁਹਾਡੀ ਸਾਰੀ ਗੱਲ ਜਾ ਕਰਕੇ ਤੇ ਮੈਂ ਗੁਰੂ ਦੇ ਪੁੱਤਰ ਨੂੰ ਕਹਿਣਾ ਕੀਤੀ। ਸਭ ਬਾਸਨ ਕੋ ਨਿਕਟ ਰਖਾਇਓ। ਤੇ ਫਿਰ ਗੁਰੂ ਦੇ ਪੁੱਤਰ ਨੇ ਪ੍ਰਸੰਨ ਹੋ ਕਰਕੇ ਮੈਨੂੰ ਕਿਹਾ ਕਿ ਤੂੰ ਬਰਤਨ ਸਾਡੇ ਕੋਲ ਰੱਖ ਦੇਣਾ ਕਰ। ਬਰਤਨ ਜਿਹੜਾ ਸੀ ਮੈਨੂੰ ਕਹਿ ਕਰਕੇ ਤੇ ਗੁਰੂ ਦੇ ਪੁੱਤਰ ਨੇ ਉਹ ਮਾਸ ਵਾਲਾ ਜੋ ਬਰਤਨ ਸੀ ਆਪਣੇ ਕੋਲ ਰਖਾ ਲਿਆ। ਆਪਨ ਮੁਝ ਸੋ ਕਹਿਓ ਉਤਰਾਇਓ। ਤੇ ਫਿਰ ਮੈਨੂੰ ਉਹਨੇ ਗੁਰੂ ਦੇ ਪੁੱਤਰ ਨੇ ਕਿਹਾ, ਆਪ ਨਹੀਂ ਹੱਥ ਲਾਇਆ ਉਹਨੇ ਬਰਤਨ ਨੂੰ ਕਿਸੇ ਪ੍ਰਕਾਰ। ਉਹਨੇ ਕਿਹਾ ਕਿ ਤੂੰ ਆਪ ਆਪਣੇ ਹੱਥਾਂ ਦੇ ਨਾਲ ਢੱਕਣ ਖੋਲ। ਮੈਂ ਗੁਰੂ ਦੇ ਪੁੱਤਰ ਦਾ ਵਚਨ ਮੰਨ ਕਰਕੇ ਉਸ ਮੌਕੇ ਤੇ ਆਪ ਆਪਣੇ ਹੱਥਾਂ ਦੇ ਨਾਲ ਢੱਕਣ ਖੋਲਿਆ ਬਾਦਸ਼ਾਹ, ਜਿਸ ਵੇਲੇ ਮੈਂ ਬਰਤਨ ਦਾ ਦੇਖ ਆਪ ਨਹਿ ਹਾਥ ਚੁਹਾਇਓ। ਮੈਂ ਮਹਾਰਾਜ ਆਪ ਉੱਥੇ ਵੇਖਿਆ ਏ। ਜੇ ਤੇ ਮੈਂ ਬਰਤਨ ਉੱਥੇ ਰੱਖ ਕਰਕੇ ਕਿਤੇ ਚਲੇ ਜਾਂਦਾ, ਫੇਰ ਤੇ ਗੱਲ ਮੰਨਣ ਵਿੱਚ ਨਹੀਂ ਸੀ ਆਉਣੀ ਕਿ ਗੁਰੂ ਦੇ ਪੁੱਤਰ ਨੇ ਮਾਸ ਡੋਲ ਦਿੱਤਾ ਹੋਵੇਗਾ ਜਾਂ ਸੁੱਟ ਦਿੱਤਾ ਹੋਵੇਗਾ ਜਾਂ ਕਿਸੇ ਨੂੰ ਦੇ ਕਰਕੇ ਭੇਜ ਦਿੱਤਾ ਹੋਵੇਗਾ। ਮੈਂ ਆਪ ਜਾ ਕਰਕੇ ਢੱਕਣ ਖੋਲਿਆ, ਆਪ ਮੈਂ ਵੇਖਦਾ ਰਿਹਾ। ਗੁਰੂ ਦੇ ਪੁੱਤਰ ਨੇ ਹੱਥ ਤੱਕ ਨਹੀਂ ਆਪਣੇ ਬਰਤਨ ਨੂੰ ਲਾਇਆ। ਹੱਥ ਚਿੰਨ ਕਲਕਾ ਕੁਸਮ ਨਿਹਾਰੇ। ਤੇ ਬਾਦਸ਼ਾਹ ਜਦੋਂ ਮੈਂ ਬਰਤਨ ਦੇ ਉੱਤੋਂ ਢੱਕਣ ਲਾਇਆ ਤੇ ਜੋ ਬਰਤਨ ਸੀ ਇਹ ਫੁੱਲਾਂ ਦੇ ਨਾਲ ਭਰਿਆ ਹੋਇਆ ਸੀ। ਬਰਤਨ ਢੱਕਣ ਲਾਉਂਦਿਆਂ ਸਾਰੀ ਮੈਂ ਫੁੱਲਾਂ ਦਾ ਭਰਿਆ ਹੋਇਆ ਬਰਤਨ ਜੋ ਸੀ ਉਹ ਵੇਖਿਆ, ਫੁੱਲ ਵੇਖੇ ਬਰਤਨ ਦੇ ਵਿੱਚ। ਸੁੰਦਰ ਉਜਲ ਪੂਰਨ ਸਾਰੇ। ਤੇ ਜਿਹੜੇ ਫੁੱਲ ਆ ਉਹ ਵੀ ਬੜੇ ਸੁੰਦਰ, ਬੜੇ ਬੜੇ ਸੋਹਣੇ ਰੰਗਾਂ ਦੇ, ਚਿੱਟੇ ਰੰਗ ਦੇ ਫੁੱਲ, ਲਾਲ ਰੰਗ ਦੇ ਫੁੱਲ, ਨੀਲੇ ਰੰਗ ਦੇ ਫੁੱਲ, ਸਾਰੇ ਜਿਹੜੇ ਫੁੱਲ ਸੀ ਇਹ ਬੜੇ ਸੁੰਦਰ ਸਨ। ਮੁਝ ਸੋ ਕਹਿਓ ਸੋ ਲਿਓ ਉਠਾਏ। ਤੇ ਫੇਰ ਮੈਨੂੰ ਗੁਰੂ ਦੇ ਪੁੱਤਰ ਨੇ ਕਿਹਾ ਕਿ ਬਾਦਸ਼ਾਹ ਨੇ ਬੜੀ ਸਾਡਾ ਸਤਿਕਾਰ ਕੀਤਾ ਹੈ, ਬੜੀ ਵਡਿਆਈ ਕੀਤੀ ਹੈ,
ਮਾਣ ਕਰਕੇ ਉਹਨੇ ਫੁੱਲ ਸਾਡੇ ਕੋਲ ਭੇਜੇ ਨੇ ਤੇ ਅਸੀਂ ਫੁੱਲਾਂ ਦੀ ਸੁਗੰਧੀ ਲੈ ਲਈ ਆ ਤੇ ਇਹ ਬਰਤਨ ਤੂੰ ਹੁਣ ਵਾਪਸ ਬਾਦਸ਼ਾਹ ਦੇ ਕੋਲ ਲੈ ਜਾਣਾ ਕਰ। ਮੈਨੂੰ ਕਹਿ ਕਰਕੇ ਤੇ ਬਰਤਨ ਜਿਹੜਾ ਸੀ ਉਹ ਚੁਕਾ ਦੇਣਾ ਕੀਤਾ। ਹਮ ਦੇਸ ਤੇ ਹਜ਼ਰਤ ਦੇ ਹੋ ਜਾਏ। ਗੁਰੂ ਦਾ ਪੁੱਤਰ ਕਹਿਣ ਲੱਗਾ ਸਾਡੇ ਵੱਲੋਂ ਜਾ ਕਰਕੇ ਤੇ ਇਹ ਬਾਦਸ਼ਾਹ ਨੂੰ ਭੇਟਾ ਦੇਵੀਂ, ਫੁੱਲ ਬਾਦਸ਼ਾਹ ਨੂੰ ਦੇ ਦਈ। ਹਸ ਅਚਰਜ ਕੁਛ ਕਰ ਦਿਖਰਾਇਓ। ਐਸਾ ਜਿਹੜਾ ਅਸਚਰਜ ਕੌਤਕ ਹੈ ਗੁਰੂ ਦੇ ਪੁੱਤਰ ਨੇ ਕਰਕੇ ਵਿਖਾ ਦਿੱਤਾ। ਉੱਥੇ ਵੇਖਦਿਆਂ ਵੇਖਦਿਆਂ ਹੀ ਮੈਂ ਬਾਦਸ਼ਾਹ ਚੰਗੀ ਤਰ੍ਹਾਂ ਦੇ ਨਾਲ ਬੈਠ ਕਰਕੇ ਵੇਖਦਾ ਰਿਹਾ। ਉੱਥੇ ਗੁਰੂ ਦੇ ਪੁੱਤਰ ਨੇ ਹੱਥ ਨਹੀਂ ਲਾਇਆ, ਕੋਈ ਗੁਰੂ ਦੇ ਪੁੱਤਰ ਨੇ ਬਚਨ ਨਹੀਂ ਕੀਤਾ, ਕੋਈ ਮੁਖ ਤੋਂ ਪੜਿਆ ਨਹੀਂ। ਉਹਨੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਿਹੜੇ ਫੁੱਲ ਸਾਰਾ ਜਿਹੜਾ ਬਰਤਨ ਸੀ ਭਰ ਦੇਣਾ ਕੀਤਾ। ਇਹ ਸਾਰਾ ਮੈਂ ਅਸਚਰਜ ਕੌਤਕ ਕਰਕੇ ਗੁਰੂ ਦੇ ਪੁੱਤਰ ਨੇ ਵਿਖਾਇਆ। ਨਹਿ ਮੇਰੀ ਮਤ ਮੈਂ ਕੁਛ ਆਇਓ। ਉਹ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੇਰੀ ਮਤ ਤੋਂ ਇਹ ਗੱਲ ਬਾਹਰ ਹੈ। ਮੈਂ ਨਹੀਂ ਸਮਝ ਸਕਿਆ ਕਿ ਗੁਰੂ ਦੇ ਪੁੱਤਰ ਨੇ ਕੀ ਤਰੀਕਾ ਵਰਤਿਆ, ਕੀ ਪੜਿਆ, ਕੀ ਜਾਣਿਆ ਹੈ। ਮੈਂ ਨਹੀਂ ਇਹ ਗੱਲ ਨੂੰ ਜਾਣ ਸਕਿਆ, ਨਾ ਜਾਣ ਹੀ ਸਕਾਂਗਾ। ਖਾਣਾ ਆਮਿਕ ਕੋ ਵਿੱਚ ਜੇਤਾ। ਤੇ ਜਿੰਨਾ ਆਪਾਂ ਖਾਣਾ ਬਰਤਨ ਭਰ ਕਰਕੇ ਖੜਿਆ ਸੀ ਨਾ, ਬਰਤਨ ਜਿੰਨਾ ਭਰ ਕਰਕੇ ਖਾਣਾ ਵਿੱਚ ਪਾ ਕਰਕੇ ਮੀਟ ਪਾ ਕਰਕੇ ਜਿੰਨਾ ਖੜਿਆ ਸੀ ਕਲਕਾ ਕੁਸਮ ਕਰਿਓ ਭਰ ਤੇਤਾ। ਤੇ ਉਹਨੇ ਫੁੱਲ ਬਣਾ ਦੇਣੇ ਕੀਤੇ ਨੇ। ਬਰਤਨ ਦੇ ਵਿੱਚ ਜਿੰਨਾ ਖਾਣਾ ਸੀ ਉਹਨੇ ਫੁੱਲ ਨੇ। ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਬਰਤਨ ਪਿਆ ਹੋਇਆ, ਕਿੰਨੀ ਫੁੱਲਾਂ ਦੀ ਸੁਗੰਧੀ ਆ ਰਹੀ ਹੈ। ਜਿੰਨਾ ਖਾਣਾ ਸੀ ਓਨਾ ਹੀ ਡੱਬਾ ਉਹਨਾਂ ਨੇ ਫੁੱਲਾਂ ਦੇ ਨਾਲ ਭਰ ਦੇਣਾ ਕੀਤਾ। ਇਹ ਮੈਂ ਦੇਖਤ ਮੋਹਿ ਅਗਾਰੀ। ਤੇ ਵੇਖਦਿਆਂ ਵੇਖਦਿਆਂ ਇੱਕ ਛਿੰਦ ਦੇ ਵਿੱਚ ਗੁਰੂ ਦੇ ਪੁੱਤਰ ਨੇ ਪਤਾ ਨਹੀਂ ਕੀ ਮੰਤਰ ਮਾਰਿਆ, ਕੀ ਕਰਨਾ ਕੀਤਾ। ਅਜਮਤ ਕਿਦੋ ਸਹਿਰ ਇਹ ਭਾਰੀ। ਬਾਦਸ਼ਾਹ ਇਹ ਵੀ ਗੱਲ ਨਹੀਂ ਸਮਝ ਦੇ ਵਿੱਚ ਆਈ ਕਿ ਗੁਰੂ ਦੇ ਪੁੱਤਰ ਨੇ ਕੋਈ ਜਾਦੂ ਟੂਣਾ ਕੀਤਾ ਹੈ ਕਿ ਜਾਂ ਗੁਰੂ ਦੇ ਪੁੱਤਰ ਦੇ ਕੋਲ ਕੋਈ ਅਜਮਤ ਹੈ, ਸ਼ਕਤੀ ਹੈ, ਕਰਾਮਾਤ ਹੈ ਜਾਂ ਕੋਈ। ਪਰ ਜੋ ਵੀ ਹੈ ਗੁਰੂ ਦੇ ਪੁੱਤਰ ਦੇ ਕੋਲ ਹੈ ਬਹੁਤ ਵੱਡਾ, ਬੜੀ ਭਾਰੀ, ਕੋਈ ਘੱਟ ਨਹੀਂ ਕਿਸੇ ਤੋਂ। ਉਹਨੇ ਪਤਾ ਨਹੀਂ ਜਾਦੂ ਕੀਤਾ ਏ ਕਿ ਜਾਂ ਸ਼ਕਤੀ ਦੇ ਨਾਲ ਇਹ ਕਰ ਦਿੱਤਾ ਏ। ਬਹੁਤ ਭਾਰੀ ਸ਼ਕਤੀ ਉਹਨੇ ਇਹ ਵਰਤਣਾ ਕੀਤੀ। ਸੁਨ ਔਰੰਗ ਸਭ ਸਭਾ ਸਮੇਤ। ਇਸ ਤਰ੍ਹਾਂ ਦਰੋਗੇ ਦੇ ਕੋਲੋਂ ਜਦੋਂ ਬਚਨ ਸੁਣੇ ਔਰੰਗਜ਼ੇਬ ਦੇ ਸਮੇਤ ਸਾਰੀ ਸਭਾ ਨੇ, ਜਿਹੜੇ ਕਾਜੀ ਮੁੱਲਾ ਮਲਾਣੇ ਉੱਥੇ ਬੈਠੇ ਹੋਏ ਸੀ, ਸਾਰਿਆਂ ਨੇ ਜਦੋਂ ਇਹ ਬਚਨ ਸੁਣੇ ਦਰੋਗੇ ਦੇ ਕੋਲੋਂ ਭਏ ਅਚੰਬੇ ਲਕਿਓ ਨਾ ਭੇਤ। ਤੇ ਸਾਰੇ ਬੜੇ ਅਸਚਰਜ ਹੋਏ, ਬੜੇ ਹੈਰਾਨ ਹੋਏ ਤੇ ਕੋਈ ਭੇਦ ਨਹੀਂ ਜਾਣ ਸਕਿਆ। ਕੋਈ ਨਹੀਂ ਜਾਣ ਸਕਿਆ ਕਿ ਗੁਰੂ ਦੇ ਪੁੱਤਰ ਦੇ ਕੋਲ ਕਿੰਨੀ ਸ਼ਕਤੀ ਹੈ, ਕਿੰਨਾ ਬਾਲ ਹੈ। ਨਹੀਂ ਜਾਣ ਸਕਿਆ, ਕੋਈ ਚਾਰਾ ਨਹੀਂ ਚੱਲ ਸਕਿਆ। ਆਦੀ ਮਹਾ ਮੁਲਾਨੇ ਮੰਦ। ਤੇ ਭਰ ਕਹਿਣ ਲੱਗੇ ਜੋ ਮੁਲਾਣੇ ਸੀ ਨਾ, ਖੋਟੀ ਮੱਤ ਵਾਲੇ, ਥੋੜੀ ਮੱਤ ਵਾਲੇ, ਬੜੇ ਝਗੜਾਲੂ ਤੇ ਬੜੇ ਜਿੱਦੀ, ਉਹ ਫੇਰ ਨਹੀਂ ਮੰਨੇ। ਉਹ ਫੇਰ ਔਰੰਗਜ਼ੇਬ ਨੂੰ ਉਸ ਮੌਕੇ ਕਹਿਣ ਲੱਗੇ ਇਹ ਸਿਹਰ ਬੇਲੰਦ। ਕਹਿਣ ਲੱਗੇ ਬਾਦਸ਼ਾਹ ਕੋਈ ਛੋਟਾ ਮੋਟਾ ਨਹੀਂ, ਬਹੁਤ ਵੱਡਾ ਕੋਈ ਜਾਦੂਗਰ। ਅਜੇ ਨਹੀਂ ਮੰਨਦੇ ਕਿ ਗੁਰੂ ਘਰ ਦੀ ਕਰਾਮਾਤ ਹੈ। ਗੁਰੂ ਸਾਹਿਬ ਜੀ ਦੇ ਸੁਪੁੱਤਰ ਆਏ ਨੇ, ਆਪ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਸਰੂਪ ਨੇ, ਅਜੇ ਨਹੀਂ ਮੰਨਣ ਨੂੰ ਤਿਆਰ। ਕਹਿੰਦੇ ਇਹ ਕੋਈ ਬਹੁਤ ਵੱਡਾ ਜਾਦੂਗਰ ਹੈ ਜੋ ਗੁਰੂ ਦਾ ਪੁੱਤਰ ਹੈ। ਸ੍ਰੀ ਨਾਨਕ ਕੇ ਘਰ ਮੈਂ ਸਦਾ। ਉਹ ਕਹਿਣ ਲੱਗੇ ਇਹਨਾਂ ਦੇ ਘਰ ਦੇ ਵਿੱਚ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦਾ ਜੋ ਘਰ ਹੈ, ਇਹਨਾਂ ਦੇ ਘਰ ਦੇ ਵਿੱਚ ਕਾਨਤ ਰਹੇ ਸਿਹਰ ਜਦ ਕਦਾ। ਇਹ ਜਿੱਥੇ ਵੀ ਜਾਂਦੇ ਆ ਉੱਥੇ ਇਸ ਤਰ੍ਹਾਂ ਕੋਈ ਨਾ ਕੋਈ ਜਾਦੂ ਟੂਣਾ ਕਰਕੇ ਵਿਖਾਉਂਦੇ ਨੇ। ਉੱਥੇ ਹੀ ਇਹ ਇਸ ਕਿਸੇ ਪ੍ਰਕਾਰ ਦੇ ਨਾਲ ਇਹ ਲੋਕਾਂ ਨੂੰ ਵਸ ਕਰ ਲੈਂਦੇ ਨੇ। ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕੋਈ ਨਾ ਕੋਈ ਕੌਤਕ ਹੈਰਾਨਗੀ ਵਾਲਾ ਵਿਖਾ ਕਰਕੇ ਇਹ ਅਬਕਾਤ ਹਮਾਰੇ ਕਾਨਾ। ਪਰ ਕਹਿਣ ਲੱਗਾ ਮੁਲਾਣਾ, ਉਹ ਕਹਿੰਦਾ ਬਾਦਸ਼ਾਹ ਜੇ ਕਿਤੇ ਆਪਣਾ ਖਾਣਾ ਗੁਰੂ ਦਾ ਪੁੱਤਰ ਖਾ ਲੈਂਦਾ, ਆਪਣਾ ਭੇਜਿਆ ਆ ਹਲਾਲ ਕੀਤਾ ਮਾਸ, ਜੇ ਕਿਤੇ ਗੁਰੂ ਦਾ ਪੁੱਤਰ ਖਾ ਲੈਂਦਾ, ਅਜਮਤ ਸਿਹਰ ਹੋਤ ਸਭ ਹਾਨਾ। ਤੇ ਸਾਰਾ ਇਸ ਦੀ ਜੋ ਜਾਂ ਜਾਦੂ ਟੂਣਾ ਸਮਝ ਲਓ ਤੇ ਜਾਣ ਵਿੱਚੋਂ ਕਈ ਕਹਿੰਦੇ ਆ ਕਰਾਮਾਤ ਤੇ ਗੁਰੂ ਦੇ ਪੁੱਤਰ ਦੇ ਕੋਲ ਜੋ ਵੀ ਸੀ ਸਾਰਾ ਨਾਸ ਹੋ ਜਾਣਾ ਸੀ। ਕੁਝ ਵੀ ਇਸ ਦੇ ਕੋਲ ਨਹੀਂ ਸੀ ਰਹਿ ਜਾਣਾ। ਆਇਓ ਨਹੀਂ ਕੀਨ ਚਤੁਰਾਈ। ਪਰ ਗੁਰੂ ਦੇ ਪੁੱਤਰ ਨੇ ਬੜੀ ਚਤਰਾਈ ਕੀਤੀ, ਸਿਆਣਪ ਕੀਤੀ ਹੈ। ਉਹਨੇ ਆਪਣਾ ਭੇਜਿਆ ਖਾਣਾ ਖਾਧਾ ਨਹੀਂ ਹੈ। ਉਹਨੇ ਕਿਸੇ ਪ੍ਰਕਾਰ ਅੰਗੀਕਾਰ ਨਹੀਂ ਕਰਨਾ ਕੀਤਾ। ਬਚਿਓ ਰਹਿਓ ਨਿਜ ਧਰਮ ਰਖਾਈ। ਤੇ ਗੁਰੂ ਦਾ ਪੁੱਤਰ ਕਹਿੰਦੇ ਬਚ ਗਿਆ, ਆਪਣਾ ਧਰਮ ਨੇ ਰੱਖ ਲੈਣਾ ਕੀਤਾ ਹੈ। ਕਿਉਂ ਕਰਕੇ ਹਲਾਲ ਮਾਸ ਖਾਣ ਦੇ ਨਾਲ ਧਰਮ ਨਹੀਂ ਰਹਿ ਜਾਂਦਾ।
ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਵਰਜਿਤ ਕੀਤਾ ਕਿ ਹਲਾਲ ਮਾਸ ਨੂੰ ਹੱਥ ਵੀ ਨਹੀਂ ਲਾਉਣਾ, ਹਲਾਲ ਨਹੀਂ ਖਾਣਾ। 4 ਪ੍ਰਕਾਰ ਦੀਆਂ ਜੋ ਕ੍ਰਹਿਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੱਜਰ ਕ੍ਰਹਿਤਾਂ ਦਸੀਆਂ, ਇਸੇ ਕਰਕੇ ਮਹਾਰਾਜ ਨੇ ਰੋਕਿਆ। ਕੋਈ ਨਾ ਕੋਈ ਇਹਨਾਂ ਦੇ ਪਿੱਛੇ ਕਾਰਨ ਹੈ। ਹਲਾਲ ਮਾਸ ਖਾਣ ਦੇ ਨਾਲ ਧਰਮ ਤੋਂ ਗਿਰ ਜਾਈਦਾ ਹੈ, ਧਰਮੀ ਨਹੀਂ ਮਨੁੱਖ ਰਹਿ ਜਾਂਦਾ। ਆਪ ਜੀ ਨੇ ਸੁਣ ਲਿਆ, ਮਲਾਣੇ ਖੁਦ ਇਹ ਗੱਲ ਕਹਿ ਰਹੇ ਨੇ ਕਿ ਜੇ ਇਹ ਖਾ ਲੈਂਦਾ ਤੇ ਇਸ ਦਾ ਸਾਰਾ ਜੋ ਸ਼ਕਤੀ ਸੀ ਜਾਂ ਜਾਦੂ ਟੂਣਾ ਸੀ, ਇਸ ਦੇ ਸਾਰਾ ਜਿਹੜਾ ਪ੍ਰਤਾਪ ਉਹ ਖਤਮ ਹੋ ਜਾਣਾ ਸੀ। ਇਹ ਗੱਲ ਸੱਚੀ ਕਹਿ ਰਹੇ ਨੇ। ਫਿਰ ਮਹਾਰਾਜ ਨੇ ਕਿਹਾ ਸੀ, ਹੁੱਕਾ ਹਜਾਮਤ ਹਲਾਲ ਤੇ ਹਰਾਮ, ਕਿ ਕਦੀ ਸਿੱਖ ਨੇ ਤਮਾਕੂ ਨਹੀਂ ਵਰਤਣਾ, ਹੁੱਕਾ ਨਹੀਂ ਪੀਣਾ। ਇਸ ਦੇ ਪਿੱਛੇ ਵੀ ਕਾਰਨ ਹੈ। ਕਿਉਂ ਕਰਕੇ ਅਜਮੇਰ ਬਾਦਸ਼ਾਹ ਸੀ ਇੱਕ, ਉਸ ਦੀ ਲੜਕੀ ਇੱਕ ਰਿਖੀ ਦੇ ਉੱਤੇ ਮੋਹਿਤ ਹੋ ਗਈ, ਕਹਿਣ ਲੱਗੀ ਕਿ ਮੈਂ ਇਸ ਦੇ ਨਾਲ ਸ਼ਾਦੀ ਕਰਾਉਣੀ ਹੈ। ਉਹ ਰਿਖੀ ਜਿਹੜਾ ਸੀ ਉਹ ਬ੍ਰਾਹਮਣ ਸੀ, ਸਾਧੂ ਬ੍ਰਾਹਮਣ ਸੀ। ਲੜਕੀ ਨੇ ਜਿੱਦ ਕੀਤੀ ਕਿ ਇਸੇ ਨਾਲ ਸ਼ਾਦੀ ਕਰਾਉਣੀ ਹੈ, ਪਰ ਉਹ ਜੋ ਬ੍ਰਾਹਮਣ ਸੀ ਹੈ ਪੂਰਾ ਸੀ, ਕਿਸੇ ਪ੍ਰਕਾਰ ਘੱਟ ਨਹੀਂ ਸੀ, ਜਪ ਵਾਲਾ ਸੀ, ਤਪ ਵਾਲਾ ਸੀ, ਵੇਦ ਤੇ ਸਾਰੇ ਉਸ ਨੂੰ ਜ਼ਬਾਨੀ ਕੰਠ ਸਨ। ਰਾਜੇ ਨੇ ਹੁਕਮ ਕੀਤਾ ਤੇ ਉਹਨੂੰ ਫੜ ਕਰਕੇ ਤੇ ਮਹਿਲਾਂ ਦੇ ਵਿੱਚ ਲਾਇਆ। ਉਹਨੂੰ ਕਹਿਣ ਲੱਗੇ ਵੀ ਸ਼ਾਦੀ ਤੇਰੀ ਕਰਨੀ ਹੈ, ਤੇਰਾ ਨਿਕਾਹ ਪੜਨਾ। ਉਹ ਕਹਿਣ ਲੱਗਾ ਕਿ ਸ਼ਾਦੀ ਤੇ ਚਲੋ ਮੈਂ ਆਪਣੇ ਧਰਮ ਦੇ ਵਿੱਚ ਵੀ ਨਹੀਂ ਕਰਾਉਣੀ, ਤੇ ਦੂਜੇ ਧਰਮ ਦੇ ਵਿੱਚ ਮੈਂ ਸ਼ਾਦੀ ਕਿਸ ਤਰ੍ਹਾਂ ਕਰਾਉਣਾ, ਮੈਂ ਸ਼ਾਦੀ ਨਹੀਂ ਕਰਾਉਣੀ, ਮੈਂ ਇਸੇ ਪ੍ਰਕਾਰ ਹੀ ਸਾਰੀ ਉਮਰ ਬਤੀਤ ਕਰੂੰਗਾ। ਉਹ ਕਹਿਣ ਲੱਗੇ ਨਹੀਂ, ਬਾਦਸ਼ਾਹ ਦੀ ਲੜਕੀ, ਤੈਨੂੰ ਸ਼ਾਦੀ ਕਰਾਉਣੀ ਪੈਣੀ। ਉਹਨਾਂ ਨੇ ਜ਼ਬਰਦਸਤੀ ਉਹਦਾ ਨਿਕਾਹ ਪੜ ਦਿੱਤਾ ਲੜਕੀ ਦੇ ਨਾਲ, ਤੇ ਬਾਦਸ਼ਾਹ ਨੇ ਆਪਣੇ ਕੋਲੋਂ ਇੱਕ ਮਹੱਲ ਦੇ ਦਿੱਤਾ ਦੋਹਾਂ ਨੂੰ ਰਹਿਣ ਦੇ ਵਾਸਤੇ। ਜਦੋਂ ਲੜਕੀ ਵਿਕਾਰਾਂ ਦੇ ਵੱਸ ਹੋ ਕਰਕੇ ਉਸ ਦੇ ਕੋਲ ਜਾਇਆ ਕਰੇ, ਅੱਗੋਂ ਮੰਤਰ ਪੜਿਆ ਕਰੇ ਤੇ ਉਸ ਦੇ ਸਰੀਰ ਨੂੰ ਸਪਰਸ਼ ਨਾ ਕਰ ਸਕੇ, ਉਸ ਦੇ ਘੇਰੇ ਕੋਟ ਬਣ ਜਾ ਕਰੇ ਲੋਹੇ ਦਾ। ਬੜਾ ਸਮਾਂ ਇਸ ਤਰ੍ਹਾਂ ਬੀਤ ਗਿਆ, ਰੋਜ਼ ਹੀ ਉਹ ਮੰਤਰ ਪੜ ਲਿਆ ਕਰੇ, ਲੜਕੀ ਉਸ ਦੇ ਕੋਲ ਨਾ ਜਾ ਸਕੇ। ਲੜਕੀ ਨੇ ਆਪਣੀ ਮਾਤਾ ਦੇ ਕੋਲ ਗੱਲ ਕੀਤੀ, ਮਾਤਾ ਦੇ ਰਾਹੀਂ ਗੱਲ ਜੋ ਸੀ ਉਹ ਬਾਦਸ਼ਾਹ ਦੇ ਕੋਲ ਗਈ ਕਿ ਜਿਸ ਤਰ੍ਹਾਂ ਦੀ ਲੜਕੀ ਕੁਆਰੀ ਭੇਜੀ ਸੀ ਉਸੇ ਪ੍ਰਕਾਰ ਹੀ ਹੈ। ਉਹਨੇ ਫਿਰ ਇਸੇ ਪ੍ਰਕਾਰ ਹੀ ਔਰੰਗਜ਼ੇਬ ਦੇ ਵਾਂਗੂ ਮੁੱਲਾ ਮਲਾਣਿਆਂ ਨੂੰ ਕਿਹਾ ਕਿ ਇਹ ਜਿਹਨੂੰ ਆਪਾਂ ਜਵਾਈ ਬਣਾ ਲਿਆ, ਲੜਕੀ ਦਾ ਰਿਸ਼ਤਾ ਜਿਹਨੂੰ ਆਪਾਂ ਕਰ ਦਿੱਤਾ, ਨਿਕਾਹ ਪੜ ਦਿੱਤਾ, ਇਹ ਬੜਾ ਕੋਈ ਜਪ ਤਪ ਵਾਲਾ, ਸ਼ਕਤੀ ਵਾਲਾ, ਇਸ ਦੀ ਸ਼ਕਤੀ ਸਾਰੀ ਖਤਮ ਕਰੀਏ। ਉਹ ਕਹਿਣ ਲੱਗੇ ਬਾਦਸ਼ਾਹ ਨੂੰ ਕਿਸੇ ਤਰੀਕੇ ਦੇ ਨਾਲ ਤੰਬਾਕੂ ਖਵਾ ਦੇਣਾ ਕਰੀਏ। ਬਾਦਸ਼ਾਹ ਨੇ ਸਭਾ ਲਾ ਲਈ, ਸਾਰਿਆਂ ਨੂੰ ਸੱਦਿਆ ਹੁੱਕਾ ਪੀਣ ਦੇ ਵਾਸਤੇ। ਬਾਦਸ਼ਾਹ ਨੇ ਕਿਹਾ ਕਿ ਸਾਰੇ ਜਣੇ ਹੁੱਕਾ ਪੀਣਾ ਕਰੋ। ਹੁੱਕੇ ਦੇ ਵਿੱਚ ਤੰਬਾਕੂ ਰੱਖ ਦਿੱਤਾ, ਸਾਰਿਆਂ ਹੁੱਕਾ ਪੀਤਾ। ਉਹ ਵੀ ਜਵਾਈ ਜਾਣ ਕਰਕੇ ਉਹਨੂੰ ਵੀ ਸੱਦਿਆ, ਉਹ ਆ ਗਿਆ, ਹੁਕਮ ਦਾ ਬੱਧਾ ਆਇਆ ਸੀ। ਉਹਨੂੰ ਕਿਹਾ ਤੂੰ ਵੀ ਹੁੱਕਾ ਪੀਣਾ ਕਰ। ਉਹਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਹੁੱਕੇ ਵਿੱਚ ਹੁੰਦਾ ਕੀ ਹੈ। ਉਹਨੇ ਵੀ ਤੰਬਾਕੂ ਜਿਹੜਾ ਸੀ ਉਹ ਛਕ ਲੈਣਾ ਕੀਤਾ। ਜਦੋਂ ਤੰਬਾਕੂ ਛਕ ਲਿਆ, ਤੰਬਾਕੂ ਛਕਣ ਦੇ ਨਾਲ ਉਸਦਾ ਸਾਰਾ ਜੋ ਜਪ ਤਪ ਸੀ ਨਸ਼ਟ ਹੋ ਗਿਆ, ਸ਼ਕਤੀ ਕਿਧਰੇ ਜਾਂਦੀ ਰਹੀ। ਜਦੋਂ ਮਹਿਲਾਂ ਦੇ ਵਿੱਚ ਗਿਆ ਤੇ ਜਦੋਂ ਲੜਕੀ ਕੋਲੋਂ ਲੱਗੀ ਵਿਕਾਰ ਦੇ ਵੱਸ ਹੋ ਕਰਕੇ ਉਹਨੇ ਫੇਰ ਮੰਤਰ ਪੜ੍ਹੇ, ਪਰ ਮੰਤਰ ਕੋਈ ਨਾ ਚੱਲੇ, ਸਾਰੇ ਮੰਤਰ ਨਸ਼ਟ ਹੋ ਗਏ। ਉਸਦਾ ਜਪ ਸਤ ਵੀ ਸਾਰਾ ਜਾਂਦਾ ਰਿਹਾ। ਇਸ ਤਰੀਕੇ ਦੇ ਨਾਲ ਤੰਬਾਕੂ ਨੂੰ ਤੇ ਮਹਾਰਾਜ ਨੇ ਕਿਹਾ ਹੱਥ ਵੀ ਨਹੀਂ ਲਾਉਣਾ। ਮਰਨੀ ਮਰੇ ਤੋਂ ਅਤ ਭਲਾ, ਜਗਤ ਝੂਠ ਨਹਿ ਅੰਗ। ਜਗਤ ਝੂਠ ਮਹਾਰਾਜ ਨੇ ਕਿਹਾ ਇਹਨੂੰ ਹੱਥ ਵੀ ਨਹੀਂ ਲਾਉਣਾ। ਇਹਨੂੰ ਹੱਥ ਲਾਉਣ ਦੇ ਨਾਲ ਹੀ ਸਾਰੇ ਜਪ ਤਪ ਨਸ਼ਟ ਹੋ ਜਾਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਨਹੀਂ ਸੀ ਲੰਘਿਆ ਤੰਬਾਕੂ ਦੇ ਵਿੱਚ ਦੀ। ਤੇ ਅੱਜ ਆਪਣੇ ਜਿਹੜੇ ਲੜਕੇ ਆ ਉਹ ਗੁੰਮਰਾਹ ਹੋ ਕਰਕੇ ਤੇ ਇਹੋ ਜਿਹੀਆਂ ਛਾਇਆ ਜਿਹੜੀਆਂ ਛਕੀ ਜਾਣ, ਤੇ ਇਸ ਦੇ ਨਾਲ ਹੋਰ ਕੋਈ ਮਾੜੀ ਗੱਲ ਨਹੀਂ। ਆਪਣੇ ਧਰਮ ਨੂੰ ਛੱਡ ਕਰਕੇ, ਗੁਰੂ ਸਾਹਿਬ ਜੀ ਦੀ ਮਰਜ਼ਾਦਾ ਨੂੰ ਛੱਡ ਕਰਕੇ ਗੁਰੂ ਨੇ ਰੋਕਿਆ ਏ। ਫਿਰ ਹਜਾਮਤ, ਮੈਨੂੰ ਖਿਆਲ ਵਿਸਰ ਗਿਆ, ਇੱਕ ਸੂਰਮਾ ਸੀ ਕੋਈ, ਉਹ ਜੰਗ ਦੇ ਵਿੱਚ ਨਾ ਹਾਰਿਆ ਜਾਂਦਾ ਸੀ, ਨਾ ਕਿਸੇ ਦੇ ਕੋਲੋਂ ਮਰਦਾ ਸੀ। ਉਹਦੇ ਦੁਸ਼ਮਣਾਂ ਨੇ ਪਤਾ ਕੀਤਾ ਕਿ ਇਸ ਦੇ ਕੋਲ ਸ਼ਕਤੀ ਜਿਹੜੀ ਹੈ, ਕਾਹਦੀ ਸ਼ਕਤੀ ਹੈ, ਕਾਹਦਾ ਇਸ ਦੇ ਕੋਲ ਬਲ ਹੈ। ਫਿਰ ਕਿਸੇ ਨੇ ਦੱਸਿਆ ਕਿ ਇਸ ਦੇ ਕੇਸ ਕਤਲ ਕਰ ਦਿਓ, ਇਸ ਦੀ ਸਾਰੀ ਸ਼ਕਤੀ ਖਤਮ ਹੋ ਜਾਵੇਗੀ। ਉਹਨਾਂ ਨੇ ਉਸ ਦੀ ਧਰਮ ਪਤਨੀ ਦੇ ਰਾਹੀਂ, ਇਸਤਰੀ ਦੇ ਰਾਹੀਂ ਉਸ ਨੂੰ ਕੋਈ ਜ਼ਹਿਰੀਲੀ ਦੇ ਛਾਇਆ ਦੇ ਕਰਕੇ, ਜ਼ਹਿਰੀਲੀ ਚੀਜ਼ ਦੇ ਕਰਕੇ ਤੇ ਉਸ ਨੂੰ ਬੇਹੋਸ਼ ਕਰਕੇ ਤੇ ਉਸ ਦੇ ਕੇਸ ਜਿਹੜੇ ਸੀ ਕਤਲ ਕੀਤੇ, ਤੇ ਫੇਰ ਜਾ ਕੇ ਉਹਨੂੰ ਜੰਗ ਦੇ ਵਿੱਚ ਮਾਰ ਲਿਆ। ਮਰਦਾਨੇ ਦੀ ਮਾਤਾ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਮਰਦਾਨੇ ਨੂੰ ਲੈ ਕਰਕੇ ਆਈ ਤੇ ਕਹਿਣ ਲੱਗੀ, ਮਹਾਰਾਜ ਮੇਰੇ ਘਰ ਦੇ ਜਦੋਂ ਕੋਈ ਲੜਕਾ ਹੁੰਦਾ, ਪੁੱਤਰ ਹੁੰਦਾ ਹੈ, ਉਹ ਉਸ ਦੀ ਮੌਤ ਹੋ ਜਾਂਦੀ ਹੈ, ਆਪ ਕਿਰਪਾ ਕਰੋ।
ਮਹਾਰਾਜ ਕਹਿਣ ਲੱਗੇ ਇਹ ਸਿੱਖ ਬਣੇਗਾ, ਇਸ ਦੇ ਕੇਸ ਨਾ ਕਤਲ ਕਰਾਈ, ਇਹ ਮਰੇਗਾ ਨਹੀਂ, ਬਹੁਤ ਵੱਡਾ ਨਾਂ ਬਣੇਗਾ, ਇਸ ਦਾ ਸੇਵਾ ਕਰੇਗਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸ ਕਤਲ ਕਰਾਉਣ ਤੋਂ ਵੀ ਰੋਕਿਆ ਹੋਇਆ ਵੀ ਨਹੀਂ ਕਰਾਉਣੇ। ਹਲਾਲ ਬਾਰੇ ਸੁਣ ਲਿਆ, ਦੂਜਾ ਆ ਗਿਆ ਹਰਾਮ। ਮਹਾਰਾਜ ਨੇ ਬਚਨ ਕਹੇ ਨੇ ਦਸਮ ਗ੍ਰੰਥ ਦੇ ਵਿੱਚ ਕਿ ਸੁਧ ਜਬ ਤੇ ਹਮ ਭਈ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਾ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਜ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਗਈਓ। ਮਹਾਰਾਜ ਨੇ ਕਿਹਾ ਭੁੱਲ ਕਰਕੇ ਪਰਾਈ ਇਸਤਰੀ ਦੀ ਸੇਜ ਤੇ ਨਾ ਜਾਈ। ਅੱਗੇ ਫਿਰ ਇਤਿਹਾਸ ਲਿਖਿਆ ਮਹਾਰਾਜ ਨੇ 4 ਪੰਕਤੀਆਂ ਦੇ ਵਿੱਚ, 6 ਪੰਕਤੀਆਂ ਦੇ ਵਿੱਚ, ਕਹਿੰਦੇ ਪਰ ਨਾਰੀ ਕੇ ਭਜੇ ਸਹਿਸ ਬਾਸਵ ਭਗ ਪਾਏ। ਇੰਦਰ ਨੂੰ 1000 ਭਗ ਦਾ ਜੋ ਸ਼ਰਾਪ ਸੀ ਉਹ ਮਿਲ ਗਿਆ ਸੀ ਪਰਾਈ ਇਸਤਰੀ ਦਾ ਸੰਗ ਕਰਨ ਦੇ ਨਾਲ। ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ, ਪਰਾਈ ਇਸਤਰੀ ਦਾ ਕਰਕੇ ਚੰਦਰਮਾ ਨੂੰ ਕਲੰਕ ਲੱਗ ਗਿਆ ਸੀ, ਅਜੇ ਤੱਕ ਨਹੀਂ ਲੈ ਸਕਿਆ। ਲੰਮਾ ਇਤਿਹਾਸ ਹੈ। ਫਿਰ ਕਹਿੰਦੇ ਪਰ ਨਾਰੀ ਕੇ ਭਜੇ ਸੀਸ 10 ਸੀਸ ਗਵਾਇਓ। ਰਾਵਣ ਦੇ ਸਿਰ ਤੇ 10 ਸਿਰ ਸੀ, ਕਿੰਨਾ ਵੱਡਾ ਸ਼ਕਤੀਸ਼ਾਲੀ ਸੀ। ਪਰਾਈ ਇਸਤਰੀ ਦਾ ਸੰਗ ਜਦੋਂ ਕਰ ਲਿਆ ਤੇ ਸਾਰਾ ਰਾਜ ਵੀ ਜਾਂਦਾ ਰਿਹਾ ਤੇ ਆਪਣੀ ਮੌਤ ਹੋ ਗਈ। ਜਿਹਨੇ ਕਹਿੰਦੇ ਕਾਲ ਨੂੰ ਵਧਾਇਆ ਸੀ ਪਾਵੇ ਦੇ ਨਾਲ, ਉਹ ਵੀ ਨਹੀਂ ਰਹਿ ਸਕਿਆ। ਫਿਰ ਅੱਗੇ ਕਹਿੰਦੇ ਪਰ ਨਾਰੀ ਕੇ ਭਜੇ ਕਟਕ ਕਵਰਨ ਕਹਿ ਘਾਇਓ। ਕੈਰਵਾਂ ਪਾਣਵਾਂ ਦੇ ਕਿੰਨੇ 18 ਖੂਹਣੀਆਂ ਉੱਥੇ ਦੁਨੀਆ ਦਾ ਨਾਸ ਹੋ ਗਿਆ ਸੀ ਪਰਾਈ ਇਸਤਰੀ ਦਾ ਕਰਕੇ। ਇਹ ਜੋ ਬੱਜਰ ਕਰੀਤਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਨ ਤੋਂ ਰੋਕਿਆ, ਇਹਨਾਂ ਦੇ ਪਿੱਛੇ ਬੜਾ ਵੱਡਾ ਕਾਰਨ ਹੈ ਕਿ ਨਹੀਂ ਕਰਨੀਆਂ। ਕਿਉਂ ਕਰਕੇ ਕਰਨ ਦੇ ਨਾਲ ਤੁਹਾਡਾ ਜਪ ਤਪ ਖਤਮ ਹੋ ਜਾਵੇਗਾ, ਸ਼ਕਤੀ ਖਤਮ ਹੋ ਜਾਵੇਗੀ, ਬਲ ਖਤਮ ਹੋ ਜਾਵੇਗਾ। ਹੁਣ ਇਹ ਹਲਾਲ ਦੀ ਗੱਲ ਕਰ ਰਹੇ, ਕਹਿੰਦੇ ਗੁਰੂ ਦੇ ਪੁੱਤਰ ਨੇ ਚਤਰਾਈ ਕੀਤੀ ਹੈ, ਸਿਆਣਪ ਕੀਤੀ ਹੈ, ਆਪਣੇ ਮਾਸ ਨੂੰ ਹੱਥ ਵੀ ਨਹੀਂ ਲਾਇਆ ਗੁਰੂ ਦੇ ਪੁੱਤਰ ਨੇ, ਤੇ ਬਚ ਗਿਆ ਗੁਰੂ ਦਾ ਪੁੱਤਰ। ਨਹੀਂ ਤੇ ਧਰਮ ਨਸ਼ਟ ਹੋ ਜਾਣਾ ਸੀ, ਸਾਰੀ ਇਸ ਦੀ ਸ਼ਕਤੀ ਨਸ਼ਟ ਹੋ ਜਾਣੀ ਸੀ, ਤੇ ਇਸ ਨੂੰ ਸੌਖਾ ਹੀ ਆਪਾਂ ਆਪਣੇ ਧਰਮ ਦੇ ਵਿੱਚ ਲੈ ਆਉਣਾ ਸੀ, ਇਸ ਨੂੰ ਇਸਲਾਮ ਦੇ ਵਿੱਚ ਲੈ ਆਉਣਾ ਸੀ, ਮੁਸਲਮਾਨ ਬਣਾ ਲੈਣਾ ਸੀ। ਇਹ ਹੁਣ ਮੁੱਲਾ ਮਲਾਣੇ ਔਰੰਗਜ਼ੇਬ ਨੂੰ ਕਹਿ ਰਹੇ ਗੱਲ ਸੱਚੀ, ਇਹਦੇ ਵਿੱਚ ਝੂਠ ਨਹੀਂ ਹੈ ਕੋਈ ਇਸ ਦੇ ਵਿੱਚ। ਕਹਿੰਦੇ ਗੁਰੂ ਦੇ ਪੁੱਤਰ ਨੇ ਚਤਰਾਈ ਕੀਤੀ ਹੈ, ਆਪਣਾ ਖਾਣਾ ਨਹੀਂ ਖਾਧਾ, ਉਸ ਨੇ ਆਪਣਾ ਧਰਮ ਬਚਾ ਲੈਣਾ ਕੀਤਾ, ਧਰਮ ਤੋਂ ਗਿਰਿਆ ਨਹੀਂ। ਸੁਨ ਨੋ ਰੰਗ ਕਹਿ ਕਿਆ ਅਬ ਕਰੈ। ਇਹ ਗੱਲ ਸੁਣ ਕਰਕੇ ਤੇ ਔਰੰਗਜ਼ੇਬ ਫਿਰ ਕਹਿੰਦਾ ਵੀ ਹੁਣ ਆਪਾਂ ਗੁਰੂ ਦੇ ਪੁੱਤਰ ਨੂੰ ਨੀਵਾ ਵਿਖਾਉਣ ਦੇ ਵਾਸਤੇ, ਉਸ ਦੀ ਨਿਰਾਦਰੀ ਕਰਨ ਦੇ ਵਾਸਤੇ, ਉਸ ਨੂੰ ਇਸਲਾਮ ਦੇ ਵਿੱਚ ਲਿਆਉਣ ਦੇ ਵਾਸਤੇ ਦੱਸੋ ਆਪਾਂ ਕੀ ਤਰੀਕਾ ਵਰਤੀਏ, ਕੀ ਕਰਨਾ ਕਰੀਏ। ਆਵਤ ਨਹਿ ਪ੍ਰੇਬ ਤੇ ਤਰੈ। ਤੇ ਆਪਾਂ ਕੋਈ ਫਰੇਬ ਕਰਦੇ ਆਂ, ਵਲਛਲ ਕਰਦੇ ਆਂ। ਗੁਰੂ ਦਾ ਪੁੱਤਰ ਆਪਣੇ ਵਲਛਲ ਥੱਲੇ ਆਉਂਦਾ ਹੀ ਨਹੀਂ, ਆਪਣੀ ਗੱਲ ਦੇ ਥੱਲੇ ਉਹ ਆਉਂਦਾ ਹੀ ਨਹੀਂ। ਤੇਰੇ ਕੀ ਅਜਮਤ ਬਿਖੈ ਕਮਾਲ। ਔਰੰਗਜ਼ੇਬ ਕਹਿੰਦਾ ਇਹ ਨਹੀਂ ਮੈਂ ਜਾਣਦਾ ਕਿ ਉਸਦੇ ਕੋਲ ਕੋਈ ਜਾਦੂ ਟੂਣਾ ਹੈ ਕਿ ਜਾਂ ਉਸਦੇ ਕੋਲ ਕੋਈ ਸ਼ਕਤੀ ਹੈ, ਪਰ ਜੋ ਵੀ ਹੈ ਕਮਾਲ ਦੀ, ਕੋਈ ਮਾੜੀ ਮੋਟੀ ਨਹੀਂ ਹੈ। ਜੋ ਵੀ ਆ ਬੜਾ ਕਮਾਲ ਦੀ ਉਸਦੇ ਕੋਲ ਹੈ, ਭਾਵੇਂ ਜਾਦੂ ਟੂਣਾ ਸਮਝ ਲਓ ਤੁਸੀਂ ਤੇ ਭਾਵੇਂ ਸ਼ਕਤੀ ਸਮਝ ਲੈਣਾ ਕਰੋ, ਕਰਾਮਾਤ ਸਮਝ ਲਓ, ਬਾ ਕਮਾਲ ਹੈ ਜੋ ਕਰਦਾ ਓ। ਉਸ ਦੀ ਗੱਲ ਨੂੰ ਕੋਈ ਕੱਟ ਨਹੀਂ ਸਕਦਾ, ਉਸ ਦੀ ਗੱਲ ਨੂੰ ਕੋਈ ਸਮਝ ਨਹੀਂ ਸਕਦਾ। ਫਿਰ ਇੱਕ ਛਿਨ ਤੋਂ ਪਹਿਲੋਂ ਕਰ ਦਿੰਦਾ ਹੈ, ਇਹ ਨਹੀਂ ਕਿ ਕੱਲ ਨੂੰ ਕਰ ਦਿਆਂਗੇ, ਪਰਸੋਂ ਨੂੰ ਕਰ ਦਿਆਂਗੇ, ਆ ਫਲਾਨਾ ਮੰਤਰ ਪੜ੍ਹ ਲਈਏ। ਕਹਿੰਦਾ ਬਾ ਕਮਾਲ ਹੈ ਜੋ ਵੀ ਕਰਦਾ ਹੈ, ਪਰ ਹੈ ਉਹ ਕਮਾਲ, ਉਹ ਪੂਰਾ ਹੈ ਸ਼ਕਤੀ ਦੇ ਵਿੱਚ ਹੋਵੇ, ਜਾਂ ਜਾਦੂ ਟੂਣਾ ਸਮਝ ਲੈਣਾ ਕਰੋ। ਕਹਿਤ ਕਰਤ ਬਿਨ ਬਿਲਮ ਉਤਾਲ। ਕਹਿਣ ਲੱਗਾ ਫਿਰ ਕੋਈ ਦੇਰੀ ਨਹੀਂ ਲਾਉਂਦਾ, ਇੱਕ ਛਿਨ ਦੇ ਵਿੱਚ ਹੀ ਜੋ ਉਹਨੇ ਕਰਨਾ ਕਰਕੇ ਵਿਖਾ ਦਿੰਦਾ ਏ। ਕਿਉ ਨਹੀਂ ਠਾਨੈ ਬਿਦ ਕੌਣ। ਤੇ ਹੁਣ ਕਵੀ ਜੀ ਕਹਿੰਦੇ ਜੋ ਤੁਰਕਣੇ ਅਜੇ ਤੱਕ ਨਹੀਂ ਰੁਕੇ, ਸ਼ਕਤੀਆਂ ਵੇਖ ਲੀਆਂ ਗੁਰੂ ਦੇ ਪੁੱਤਰ ਦੇ ਕੋਲ ਕਿ ਬਾ ਕਮਾਲ ਸ਼ਕਤੀ ਹੈ, ਕਿਸੇ ਪ੍ਰਕਾਰ ਕੋਈ ਕੱਟ ਨਹੀਂ ਸਕਦਾ ਸ਼ਕਤੀ ਨੂੰ, ਕੋਈ ਜਾਣ ਨਹੀਂ ਸਕਦਾ, ਅਜੇ ਤੱਕ ਨਹੀਂ ਰੁਕੇ। ਕਹਿੰਦੇ ਹੁਣ ਆਪਾਂ ਕੀ ਤਰੀਕਾ ਕਰੀਏ, ਕਿਸ ਤਰੀਕੇ ਦੇ ਨਾਲ ਗੁਰੂ ਦੇ ਪੁੱਤਰ ਦੇ ਪੇਸ਼ ਆਈਏ। ਆਬ ਕਿਸ ਬਿਦ ਵਰਤੇ ਸੰਗ ਤੌਨ। ਉਸ ਦੇ ਨਾਲ ਔਰੰਗਜ਼ੇਬ ਕਹਿੰਦਾ ਆਪਾਂ ਕਿਸ ਤਰੀਕੇ ਨਾਲ ਵਰਤੀਏ, ਕੀ ਹੁਣ ਆਪਾਂ ਗੁਰੂ ਦੇ ਪੁੱਤਰ ਨੂੰ ਕਹਿਣਾ ਕਰੀਏ। ਮਹਾਮੂਡ ਹਠ ਤਾਰੀ ਸਰਾ। ਕਹਿਣ ਲੱਗੇ ਜੋ ਔਰੰਗਜ਼ੇਬ ਤੇ ਉਹਦੇ ਨਾਲ ਦੇ ਮਲਾਣੇ ਬੜੇ ਮੂਰਖ ਨੇ,
ਬੜੇ ਜਿਦੀਏ ਨੇ, ਹੱਠ ਧਾਰਨ ਵਾਲੇ ਨੇ, ਬੜੇ ਸ਼ਰ੍ਹਾ ਦੇ ਪੱਕੇ ਨੇ, ਜਾਂ ਸਰਾ ਕੀ ਇਹ ਸਰਕੜੇ ਦੇ ਵਾਂਗ ਨੇ, ਕਾਈ ਦੇ ਵਾਂਗ ਨੇ। ਜਦੋਂ ਹਵਾ ਆਉਂਦੀ ਏ ਇੱਕ ਵਾਰ ਉਹ ਨਿਮ ਜਾਂਦਾ ਏ, ਹਵਾ ਦਾ ਬੁੱਲਾ ਲੰਘਣ ਤੋਂ ਫੇਰ ਖੜਾ ਹੋ ਜਾਂਦਾ ਏ। ਇਸੇ ਪ੍ਰਕਾਰ ਜਦੋਂ ਸ਼ਕਤੀ ਵੇਖਦੇ ਨੇ ਉਦੋਂ ਨਿਮ ਜਾਂਦੇ ਨੇ, ਹੈਰਾਨ ਹੋ ਜਾਂਦੇ ਨੇ, ਤੇ ਮਗਰੋਂ ਫੇਰ ਕਹਿੰਦੇ ਨਹੀਂ ਆਪਾਂ ਹੋਰ ਇੱਕ ਵਾਰ ਪਰਤਾਲੀਏ, ਇੱਕ ਵਾਰ ਹੋਰ ਵੇਖ ਲਈਏ ਕਿੰਨੀ ਸ਼ਕਤੀ ਹੈ। ਮਗਰੋਂ ਫੇਰ ਇਸੇ ਪ੍ਰਕਾਰ ਜਿੱਦ ਧਾਰਨ ਕਰਕੇ ਦੇ ਮੂਰਖ ਜਿਹੜੇ ਨੇ ਫੇਰ ਵਾਰ-ਵਾਰ ਗੁਰੂ ਦੇ ਪੁੱਤਰ ਨੂੰ ਪਰਖ ਰਹੇ ਨੇ, ਪਤਿਆ ਰਹੇ ਨੇ। ਨਿਮਰ ਨਾ ਹੋਤ ਅਜਬ ਅਸ ਕਰਾ। ਐਸੇ ਅਜੀਬ ਕੌਤਕ ਗੁਰੂ ਦੇ ਪੁੱਤਰ ਨੇ ਕੀਤੇ ਨੇ। ਮਰੇ ਨੂੰ ਜਿੰਦਾ ਕਰ ਦੇਣਾ ਜਿਸ ਦਾ ਸਰੀਰ ਵੀ ਨਹੀਂ ਸੀ, ਥੋੜੀ ਗੱਲ ਹੈ ਕਿਤੇ। ਕਹਿੰਦੇ ਐਸੇ ਅਜਬ ਕੌਤਕ ਕੀਤੇ ਨੇ ਗੁਰੂ ਦੇ ਪੁੱਤਰ ਨੇ, ਪਰ ਅਜੇ ਨਹੀਂ ਆਉਂਦੇ, ਅਜੇ ਮੰਨਣ ਦੇ ਵਾਸਤੇ ਤਿਆਰ ਨਹੀਂ ਔਰੰਗਜ਼ੇਬ ਤੇ ਉਸ ਦੇ ਨਾਲ ਦੇ। ਦੋਹਰਾ ਪੁਨ ਨੌ ਰੰਗ ਵਿੱਚ ਸਭਾ ਕੇ ਬੋਲਿਓ ਬਿਸਮੈ ਹੋਏ। ਇਸ ਤਰ੍ਹਾਂ ਕੁਝ ਕੁ ਸਮਾਂ ਠਹਿਰ ਕਰਕੇ ਤੇ ਬੜਾ ਹੈਰਾਨ ਹੋ ਕਰਕੇ, ਅਚੰਭਾ ਹੋ ਕਰਕੇ ਔਰੰਗਜ਼ੇਬ ਜਿਹੜਾ ਸੀ ਉਹ ਸਾਰੀ ਸਭਾ ਦੇ ਵਿੱਚ ਮੁੱਲਾਂ ਮਲਾਣਿਆਂ ਦੇ ਵਿੱਚ ਬੋਲਿਆ, ਕਹਿਣ ਲੱਗਾ, ਅਦਭੁਤ ਗਤ ਕੋ ਕਰਤ ਹੈ ਜਾਨੀ ਜਾਏ ਨਾ ਕੋਏ। ਕਹਿਣ ਲੱਗਾ ਵੀ ਅਜੀਬ ਹੀ ਗੱਲ ਕਰ ਦਿੰਦਾ ਹੈ, ਤੇ ਇਹ ਆਪਣੀ ਸਮਝ ਤੋਂ ਬਾਹਰ ਹੈ। ਕਿਸ ਤਰ੍ਹਾਂ ਕਰਦਾ ਹੈ, ਕੀ ਉਹਦੇ ਕੋਲ ਹੈ? ਔਰੰਗਜ਼ੇਬ ਕਹਿੰਦਾ ਇਹ ਗੱਲ ਜਾਣੀ ਨਹੀਂ ਜਾਂਦੀ, ਇਹ ਸਮਝੀ ਨਹੀਂ ਜਾਂਦੀ। ਤੋ ਭਾਈ ਜਸ ਜਸ ਕਬਟ ਹਮੂ ਨੇ ਠਾਨਾ। ਉਹ ਕਹਿਣ ਲੱਗਾ, ਔਰੰਗਜ਼ੇਬ ਆਪਣੇ ਨਾਲ ਦੇ ਨੂੰ ਕਹਿੰਦਾ, ਜਿਸ ਵੀ ਤਰੀਕੇ ਦੇ ਨਾਲ, ਜਿਸ ਵੀ ਸਮੇਂ ਆਪਾਂ ਗੁਰੂ ਦੇ ਪੁੱਤਰ ਦੇ ਨਾਲ ਕੋਈ ਧੋਖਾ ਕਰਨਾ ਚਾਹਿਆ, ਕੋਈ ਛਲ ਕਰਨਾ ਚਾਹਿਆ, ਗੁਰੂ ਦੇ ਪੁੱਤਰ ਦੀ ਨਰਾਦਰੀ ਕਰਨੀ ਚਾਹੀ, ਕਰਾਂ ਮੇ ਮਾਤ ਤੇ ਸਭ ਕਿਛ ਜਾਨਾ। ਤੇ ਗੁਰੂ ਦੇ ਪੁੱਤਰ ਨੇ ਅੱਗੋਂ ਕਰਾਮਾਤ ਦੇ ਨਾਲ ਸਾਰਾ ਕੁਝ ਹੀ ਜਾਣ ਲਿਆ। ਆਪਣੇ ਮਨ ਦੀ ਗੱਲ ਨੂੰ, ਕੱਲੀ ਕੱਲੀ ਗੱਲ ਨੂੰ ਪੜ੍ਹ ਲੈਂਦਾ, ਗੁਰੂ ਦਾ ਪੁੱਤਰ ਜਾਣ ਲੈਂਦਾ ਏ। ਉਹਨੇ ਕਰਾਮਾਤ ਦੇ ਨਾਲ ਸਾਰੀ ਗੱਲ ਜਾਣ ਲੈਣਾ ਕੀਤੀ ਏ। ਤਤ ਚਿੰਨ ਸੁਗਮ ਕਰੇ ਦਿਕਰਾਈ। ਤੇ ਕੋਈ ਵੀ ਆਪਾਂ ਕਠਨ ਤੋਂ ਕਠਨ ਕਾਰਜ ਉਸਦੇ ਅੱਗੇ ਰੱਖਿਆ ਏ, ਤੇ ਉਹਨੇ ਤਤ ਛੇਣੀ ਉਸੇ ਵੇਲੇ ਉਹਨੇ ਸੌਖਾ ਕਰਕੇ ਉਹ ਕਾਰਜ ਉਸੇ ਵੇਲੇ ਕਰਕੇ ਤੇ ਆਪਾਂ ਨੂੰ ਦੱਸ ਦਿੱਤਾ ਕਿ ਆਹ ਤੁਹਾਡਾ ਕਾਰਜ ਤੁਸੀਂ ਭੇਜਿਆ ਸੀ, ਆ ਹੋ ਗਿਆ ਜੀ। ਉਸੇ ਵੇਲੇ ਉਹਨੇ ਸੌਖੇ ਕਰਕੇ ਵਿਖਾ ਦੇਣਾ ਕੀਤਾ। ਅਬ ਤਿਸ ਕੋ ਲੈ ਨਿਕਟ ਬੁਲਾਈ। ਹੁਣ ਔਰੰਗਜ਼ੇਬ ਕਹਿੰਦਾ ਵੀ ਮੇਰਾ ਹੁਣ ਇਰਾਦਾ ਹੈ, ਮਨ ਚ ਸੋਚਿਆ, ਮੈਂ ਅਜੇ ਸੋਚਿਆ ਹੀ ਆ ਕਿ ਗੁਰੂ ਦੇ ਪੁੱਤਰ ਨੂੰ ਆਪਾਂ ਕੋਲ ਬੁਲਾਈਏ। ਅਜੇ ਤੱਕ ਔਰੰਗਜ਼ੇਬ ਮਿਲਿਆ ਨਹੀਂ ਰਾਮ ਰਾਏ ਨੂੰ, ਜਾ ਕਰਕੇ ਕਈ ਦਿਨ ਬੀਤ ਗਏ ਨੇ, ਦਿੱਲੀ ਵਿੱਚ ਗਏ ਹੋਏ ਨੇ, ਪਰਖ ਰਿਹਾ ਅਜੇ ਕਿ ਸੱਦਣਾ ਕੋਲ ਕਿ ਨਹੀਂ ਸੱਦਣਾ। ਹੁਣ ਕਹਿੰਦਾ ਮੇਰਾ ਇਰਾਦਾ ਹੈ, ਮੈਂ ਸੋਚਿਆ ਕਿ ਗੁਰੂ ਦੇ ਪੁੱਤਰ ਨੂੰ ਆਪਾਂ ਕੋਲ ਬੁਲਾਈਏ, ਕਰ ਸਨਮਾਨ ਸਮੀਪ ਬਿਠਾਵੇ। ਤੇ ਗੁਰੂ ਦੇ ਪੁੱਤਰ ਦਾ ਬਹੁਤ ਸਨਮਾਨ ਕਰੀਏ, ਸਤਿਕਾਰ ਕਰੀਏ। ਮੈਂ ਆਪ ਸਤਿਕਾਰ ਕਰਾਂਗਾ, ਤੇ ਸਤਿਕਾਰ ਕਰਕੇ ਤੇ ਮੈਂ ਆਪਣੇ ਕੋਲ ਬਿਠਾਵਾਂਗਾ, ਦਰਬਾਰ ਦੇ ਵਿੱਚ ਬਿਠਾਵਾਂਗਾ ਗੁਰੂ ਦੇ ਪੁੱਤਰ ਨੂੰ। ਇਤ ਸੋ ਬਾਕਨ ਕਹੇ ਕਹਾਵੇ। ਤੇ ਬਾਦਸ਼ਾਹ ਕਹਿੰਦਾ ਕਿ ਗੁਰੂ ਦੇ ਪੁੱਤਰ ਨੂੰ ਹੁਣ ਸੱਦ ਕਰਕੇ ਨਾ ਆਪਣੇ ਕੋਲ, ਤੇ ਪਿਆਰ ਦੇ ਬਚਨ ਮੈਂ ਕਰਾਂਗਾ ਤੇ ਕਹਾਵਾਂਗਾ। ਉਸ ਤੋਂ ਪਿਆਰ ਦੇ ਬਚਨ ਜਿਹੜੇ ਆ ਉਹ ਕਹੇਗਾ ਤੇ ਮੈਂ ਸੁਣਾਂਗਾ। ਇਸ ਤਰੀਕੇ ਦੇ ਨਾਲ ਗੁਰੂ ਦੇ ਪੁੱਤਰ ਨੂੰ ਆਪਾਂ ਹੁਣ ਕੋਲ ਸਦੀਏ। ਤਾਨੋ ਪਰਖਨ ਅਪਰੇ ਉਪਾਈ। ਪਰ ਔਰੰਗਜ਼ੇਬ ਕਹਿੰਦਾ ਸੱਦਣਾ ਇਸ ਤਰ੍ਹਾਂ ਨਹੀਂਗਾ, ਤੁਸੀਂ ਕੋਈ ਨਾ ਕੋਈ ਯਤਨ ਵੇਖੋ, ਕੋਈ ਨਾ ਕੋਈ ਤਰੀਕਾ ਸੋਚੋ। ਜੇ ਇਸ ਤਰੀਕੇ ਦੇ ਨਾਲ ਗੁਰੂ ਦੇ ਪੁੱਤਰ ਨੂੰ ਸੱਦ ਵੀ ਲਈਏ ਤੇ ਨਾਲ ਹੀ ਉਸ ਦੀ ਸ਼ਕਤੀ ਜਿਹੜੀ ਆ ਫੇਰ ਵੇਖੀ ਜਾਵੇ, ਉਹਦੇ ਕੋਲ ਜੋ ਵੀ ਹੈ ਕਰਾਮਾਤ ਉਹ ਫੇਰ ਦੁਬਾਰਾ ਇੱਕ ਵਾਰ ਆਪਾਂ ਪਰਖ ਲਈਏ। ਤਾਨੋ ਪਰਖਨ ਅਪਰੇ ਉਪਾਈ। ਕਹਿਣ ਲੱਗਾ ਉਹਨੂੰ ਪਰਖਣ ਦੇ ਵਾਸਤੇ ਕਿ ਕਿੰਨੀ ਕੁ ਕਰਾਮਾਤ ਹੈ, ਆਪਾਂ ਹੋਰ ਕੋਈ ਨਾ ਕੋਈ ਯਤਨ, ਹੋਰ ਕੋਈ ਨਾ ਕੋਈ ਨਵਾਂ ਤਰੀਕਾ ਸੋਚ ਲਈਏ। ਔਰੰਗਜ਼ੇਬ ਕਹਿੰਦਾ ਕਰਾਮਾਤ ਕੀ ਪੂਰਨਤਾਈ। ਤੇ ਪਤਾ ਲੱਗ ਸਕੇਗਾ ਕਿ ਕਰਾਮਾਤ ਵਿੱਚ ਪੂਰਾ ਹੈ ਕਿ ਜਾਂ ਅਧੂਰਾ। ਔਰੰਗਜ਼ੇਬ ਕਹਿੰਦਾ ਆਪਣੇ ਨਾਲ ਦੇ ਨੂੰ ਕਿ ਅਜੇ ਵੀ ਆਪਾਂ ਪਰਖ ਲਈਏ, ਵੇਖ ਲਈਏ ਹੋਰ ਇੱਕ ਵਾਰ। ਮਿਲਤਿਓ ਪੀ ਇਸ ਕੋ ਪਤਿਆਵੇ। ਕਹਿਣ ਲੱਗਾ ਆਪਾਂ ਜਦੋਂ ਮਿਲਾਂਗੇ ਨਾ ਉਸ ਮੌਕੇ ਤੇ ਫੇਰ ਕਰਾਮਾਤ ਵੇਖੀ ਆਪਣੇ ਸਾਹਮਣੇ, ਉਸ ਮੌਕੇ ਤੇ ਫੇਰ ਗੁਰੂ ਦੇ ਪੁੱਤਰ ਦੀ ਪਰਖ ਕਰੀਏ, ਫੇਰ ਉਸ ਮੌਕੇ ਤੇ ਆਪਾਂ ਇਸ ਨੂੰ ਪਤਿਆਉਣਾ ਕਰੀਏ। ਨਿਕਟੇ ਆਪਣੇ ਪਿਖ ਬਿਸਮਾਵੇ। ਤੇ ਜਦੋਂ ਗੁਰੂ ਦਾ ਪੁੱਤਰ ਆਪਣੇ ਕੋਲ ਆਪਣੀਆਂ ਅੱਖਾਂ ਦੇ ਸਾਹਮਣੇ ਆ ਕਰਕੇ ਕਰਾਮਾਤ ਵਿਖਾਵੇਗਾ ਨਾ, ਤੇ ਵੇਖ ਕਰਕੇ ਆਪਾਂ ਹੈਰਾਨ ਹੋਵਾਂਗੇ, ਵੇਖ ਕਰਕੇ ਆਪਾਂ ਖੁਸ਼ ਹੋਵਾਂਗੇ ਗੁਰੂ ਦੇ ਪੁੱਤਰ ਦੀ ਕਰਾਮਾਤ ਨੂੰ, ਗੁਰੂ ਦੇ ਪੁੱਤਰ ਦੀ ਸ਼ਕਤੀ ਨੂੰ। ਕਰੇ ਕੌਣ ਬਿਦ ਜੋ ਬਤਲਾਵ। ਉਹ ਔਰੰਗਜ਼ੇਬ ਕਹਿੰਦਾ ਵੀ ਤੁਸੀਂ ਸੋਚੋ ਹੁਣ,
ਮੈਨੂੰ ਸਾਰਾ ਸੋਚ ਕਰਕੇ ਦੱਸੋ ਕਿ ਕੀ ਆਪਾਂ ਗੁਰੂ ਦੇ ਪੁੱਤਰ ਨੂੰ ਕਹੀਏ, ਕਿਸ ਤਰੀਕੇ ਨਾਲ ਸੱਦੀਏ, ਕੀ ਕਰਾਮਾਤ ਉਸ ਦੇ ਕੋਲੋਂ ਵੇਖੀਏ। ਇਹ ਗੱਲ ਸਾਰੀ ਤੁਸੀਂ ਮੈਨੂੰ ਸੋਚ ਕਰਕੇ ਦੱਸਣਾ ਕਰੋ। ਜਿਸ ਅਸਮੰਜਸ ਹੋਏ ਜਨਾਬ, ਤੇ ਜਿਹੜੀ ਬਹੁਤ ਕੋਈ ਔਖੀ ਗੱਲ ਹੋਵੇ, ਜਿਹੜੀ ਗੁਰੂ ਦੇ ਪੁੱਤਰ ਦੇ ਕੋਲੋਂ ਹੋ ਨਾ ਸਕੇ, ਉਹ ਵੇਖ ਕਰਕੇ ਤੇ ਘਬਰਾ ਜਾਵੇ, ਉਸ ਦਾ ਕੋਈ ਮੰਤਰ, ਉਸ ਦੀ ਸ਼ਕਤੀ ਚੱਲ ਨਾ ਸਕੇ, ਇਸ ਤਰ੍ਹਾਂ ਦੀ ਆਪਾਂ ਗੁਰੂ ਦੇ ਪੁੱਤਰ ਦੇ ਅੱਗੇ ਕੋਈ ਨਾ ਕੋਈ ਕਠਿਨ ਸਵਾਲ ਰੱਖੀਏ। ਸੁਨ ਮੁੱਲਾ ਬੋਲਿਓ ਤਿਸ ਕਾਲਾ, ਉਸ ਮੌਕੇ ਤੇ ਮੁੱਲਾ ਸੀ ਇੱਕ ਬੜਾ ਮੂਰਖ, ਔਰੰਗਜ਼ੇਬ ਦੀ ਸਭਾ ਦੇ ਵਿੱਚ ਬੈਠਾ ਹੋਇਆ। ਉਹ ਬੋਲਿਆ ਉਸ ਮੌਕੇ ਤੇ, ਇਕ ਉਪਾਉ ਮੈਂ ਕਹੂੰ ਸੁਖਾਲਾ, ਕਹਿਣ ਲੱਗਾ ਇੱਕ ਮੇਰੇ ਕੋਲ ਯਤਨ ਬਾਦਸ਼ਾਹ ਮੈਨੂੰ ਸੁਝਿਆ ਹੈ, ਤੇ ਯਤਨ ਹੈ ਵੀ ਸੌਖਾ ਹੀ, ਕੋਈ ਬਹੁਤ ਔਖਾ ਨਹੀਂ ਹੈ, ਉਹ ਮੈਂ ਆਪ ਜੀ ਨੂੰ ਦੱਸਦਾ ਹਾਂ। ਕਹਿ ਤੋ ਅਜਮਤ ਲੇਹੋ ਪਤਿਆਏ, ਕਹਿਣ ਲੱਗਾ ਵੀ ਜਾਂ ਤੇ ਗੁਰੂ ਦੇ ਪੁੱਤਰ ਦੀ ਜਿਹੜੀ ਕਰਾਮਾਤ ਆਪਾਂ ਚੰਗੀ ਤਰ੍ਹਾਂ ਦੇ ਨਾਲ ਵੇਖ ਲਵਾਂਗੇ, ਆਪਾਂ ਪਤਿਆ ਲਵਾਂਗੇ ਗੁਰੂ ਦੇ ਪੁੱਤਰ ਦੀ ਕਰਾਮਾਤ, ਨਾਹੀਂ ਤਾਂ ਮਰ ਹੈ ਸੋ ਗਿਰ ਤੇ ਜਾਏ। ਜੇ ਗੁਰੂ ਦੇ ਪੁੱਤਰ ਦੇ ਕੋਲ ਕਰਾਮਾਤ ਕੋਈ ਨਾ ਹੋਈ ਤੇ ਗੁਰੂ ਦਾ ਪੁੱਤਰ ਡਿੱਗ ਪਵੇਗਾ ਤੇ ਗੁਰੂ ਦਾ ਪੁੱਤਰ ਮਰ ਜਾਵੇਗਾ, ਗੁਰੂ ਦਾ ਪੁੱਤਰ ਬਚ ਨਹੀਂ ਸਕੇਗਾ। ਸੁੰਦਰ ਕੂਪ ਨਿਕਟ ਚੱਲ ਜਾਈਐ, ਔਰੰਗਜ਼ੇਬ ਕਹਿੰਦਾ ਕਿ ਉਹ ਕੀ ਤੂੰ ਤਰੀਕਾ ਸੋਚਿਆ ਹੈ। ਉਹ ਮਲਾਣਾ ਕਹਿਣ ਲੱਗਾ, ਕੋ ਕਹਿੰਦਾ ਇੱਕ ਸੁੰਦਰ ਖੂਹ ਵੇਖ ਕਰਕੇ, ਸੁੰਦਰ ਜਗ੍ਹਾ ਵੇਖ ਕਰਕੇ, ਪੱਧਰਾ ਥਾਂ ਵੇਖ ਕਰਕੇ ਤੇ ਖੁੱਲੀ ਜਗ੍ਹਾ ਵੇਖ ਕਰਕੇ, ਜਿੱਥੇ ਖੂਹ ਹੋਵੇ ਆਪਾਂ ਉੱਥੇ ਚਲੇ ਜਾਈਏ, ਬੈਠ ਆਪ ਤਹੇ ਸਭਾ ਲਗਾਈਐ। ਤੇ ਉੱਥੇ ਆਪ ਜਾ ਕਰਕੇ ਤੁਸੀਂ ਸਭਾ ਲਾ ਕਰਕੇ ਬੈਠ ਜਾਓ। ਖੂਹ ਦੇ ਉੱਤੇ ਜਾ ਕਰਕੇ ਤੁਸੀਂ ਦਰਬਾਰ ਸਜਾ ਲੈਣਾ ਕਰੋ, ਕਚਹਿਰੀ ਲਾ ਲੈਣੀ ਕਰੋ, ਚੌਦਸ ਬੈਠੇ ਨਰ ਸਮੁਦਈਆ, ਤੇ ਸਾਰੇ ਨਰ ਜਿਹੜੇ ਆ ਨਾ ਆਪਣੇ ਆਦਮੀ, ਜਿਸ ਤਰ੍ਹਾਂ ਇੱਥੇ ਬੈਠੇ ਹੋਏ ਆ, ਇਸ ਤਰ੍ਹਾਂ ਚਾਰ ਚਫੇਰੇ ਖੂਹ ਦੇ ਆਪਾਂ ਜਾ ਕਰਕੇ ਤੇ ਬੈਠ ਜਾਣਾ ਕਰੀਏ। ਤੁਸੀਂ ਸਭਾ ਲਾ ਕਰਕੇ ਬੈਠ ਜਿਓ ਤੇ ਖੂਹ ਦੇ ਘੇਰੇ ਘੇਰੇ ਚਾਰ ਚਫੇਰੇ ਅਸੀਂ ਸਾਰੇ ਬੈਠ ਜਾਵਾਂਗੇ, ਇਕ ਸਮ ਫਰਸ ਦੇਹ ਥਲ ਛਈਆ, ਤੇ ਇੱਕ ਸਮ ਸਾਰੇ ਬਰਾਬਰ ਆਪਾਂ ਉੱਥੇ ਚਾਦਰਾਂ ਵਿਛਾ ਕਰਕੇ ਤੇ ਖੂਹ ਨੂੰ ਬਰਾਬਰ ਕਰ ਦਈਏ, ਚਾਦਰ ਤਾਣ ਕਰਕੇ ਸਾਰੇ ਇੱਕੋ ਜੀ ਫਰਸ਼ ਜਿਹੜੀ ਆ ਬਣਾ ਦੇਣਾ ਕਰੀਏ, ਵਿਛਾਈ ਕਰ ਦੇਣੀ ਕਰੀਏ, ਅਲਖ ਕੂਪ ਕੋ ਥਲ ਕਰ ਦੇ। ਤੇ ਅਲੱਖ ਕਹੀਏ ਕਿ ਇਸ ਤਰ੍ਹਾਂ ਆਪਾਂ ਵਿਛਾਈ ਕਰੀਏ ਤਰੀਕੇ ਦੇ ਨਾਲ ਕਿ ਖੂਹ ਜਾਣਿਆ ਨਾ ਜਾਵੇ ਕਿ ਥੱਲੇ ਖੂਹ ਹੈ। ਐ ਪੱਧਰ ਕਰਕੇ ਦੇ ਢੰਗ ਦੇ ਨਾਲ ਵਿਛਾਈ ਉੱਤੇ ਕਰ ਦਈਏ, ਚਾਦਰਾਂ ਵਿਛਾ ਦੇਣੀਆਂ ਕਰੀਏ ਖੂਹ ਦੇ ਉੱਤੇ, ਜਿਸ ਬਿਦ ਆਏ ਸੋ ਨਾ ਲਖ ਤੇ ਤੇ। ਜੇ ਇਸ ਤਰੀਕੇ ਦੇ ਨਾਲ ਗੁਰੂ ਦਾ ਪੁੱਤਰ ਆਵੇ ਤੇ ਜਾਣ ਨਾ ਸਕੇ ਕਿ ਥੱਲੇ ਖੂਹ ਹੈ, ਮੈਂ ਖੂਹ 'ਚ ਡਿੱਗ ਪਵਾਂਗਾ, ਗੁਰੂ ਦੇ ਪੁੱਤਰ ਨੂੰ ਕਿਸੇ ਪ੍ਰਕਾਰ ਕੋਈ ਪਤਾ ਨਾ ਲੱਗ ਸਕੇ, ਇਸ ਤਰੀਕੇ ਦੇ ਨਾਲ ਢੰਗ ਦੇ ਨਾਲ ਆਪਾਂ ਵਿਛਾਈ ਕਰੀਏ। ਸੁੰਦਰ ਚਾਦਰ ਬਿਸਦ ਬਿਸਾਲ, ਉਹ ਮਲਾਣਾ ਕਹਿੰਦਾ ਕਿ ਸੁੰਦਰ ਚਿੱਟੇ ਰੰਗ ਦੀ ਚਾਦਰ, ਬਹੁਤ ਵੱਡੀ ਕੋਈ ਚਾਦਰ ਲੈ ਕਰਕੇ, ਚਾਦੋ ਸਭ ਦਿਸ ਤੇ ਤਿਸ ਨਾਲ, ਤੇ ਸਾਰੇ ਥਾਂ ਦੇ ਵਿੱਚ ਇਹ ਨਹੀਂ ਖੂਹ ਦੇ ਉੱਤੇ ਕੱਲੇ ਤੇ ਚਾਦਰ ਵਿਛਾਉਣੀ ਆ, ਸਾਰੀ ਜਗ੍ਹਾ ਦੇ ਉੱਤੇ ਚਾਦਰ ਵਿਛਾ ਦਈਏ। ਉਸ ਦੇ ਗੁਰੂ ਦੇ ਪੁੱਤਰ ਨੂੰ ਪਤਾ ਲੱਗੇ ਕਿ ਸਭਾ ਲਾ ਕਰਕੇ ਬੈਠੇ ਆ, ਪੱਧਰਾ ਥਾਂ ਹੈ, ਸਾਰੀ ਜਿਹੜੀ ਜਗ੍ਹਾ ਹੈ ਆਪਾਂ ਚਾਦਰਾਂ ਵਿਛਾ ਕਰਕੇ ਤੇ ਢੱਕ ਦੇਣੀ ਕਰੀਏ। ਆਵਤ ਤਾਂ ਦੇਹੋ ਬੈਠਾਏ, ਤੇ ਜਦੋਂ ਗੁਰੂ ਦਾ ਪੁੱਤਰ ਆਵੇ ਤੇ ਜਿੱਥੇ ਚਾਦਰ ਵਿਛਾਈ ਥੱਲੇ ਖੂਹ ਹੈ, ਉੱਥੇ ਗੁਰੂ ਦੇ ਪੁੱਤਰ ਨੂੰ ਆਖੀਏ ਕਿ ਤੂੰ ਇੱਥੇ ਬੈਠ ਜਾਣਾ ਕਰ, ਖੂਹ ਦੇ ਉੱਤੇ ਗੁਰੂ ਦੇ ਪੁੱਤਰ ਨੂੰ ਬਹਾ ਦੇਣਾ ਕਰੀਏ। ਬਿਨ ਅਜਮਤ ਗਿਰ ਕੇ ਮਰ ਜਾਏ। ਮਲਾਣਾ ਕਹਿੰਦਾ ਕਿ ਜੇ ਤੇ ਗੁਰੂ ਦੇ ਪੁੱਤਰ ਕੋਲ ਕੋਈ ਸ਼ਕਤੀ ਨਾ ਹੋਵੇ, ਕਿਉਂ ਕਰਕੇ ਮਲਾਣੇ ਨੂੰ ਇਸ ਗੱਲ ਦਾ ਯਕੀਨ ਹੈ ਕਿ ਗੁਰੂ ਦਾ ਪੁੱਤਰ ਕੋਈ ਨਾ ਕੋਈ ਪੜਦਾ ਤੇ ਤਾਂ ਸ਼ਕਤੀ ਉਸ ਦੇ ਕੋਲ ਹੈ, ਤੇ ਕਹਿੰਦਾ ਕਿ ਉਹ ਅਚਨਚੇਤ ਹੀ ਆਵੇਗਾ, ਉਹਨੂੰ ਕਿਹੜਾ ਪਤਾ ਲੱਗਣਾ ਥੱਲੇ ਖੂਹ ਹੈ, ਤੇ ਡਿੱਗ ਕਰਕੇ ਮਰ ਜਾਵੇਗਾ। ਕਹਿੰਦਾ ਜੇ ਤੇ ਗੁਰੂ ਦੇ ਪੁੱਤਰ ਦੇ ਕੋਲ ਕੋਈ ਸ਼ਕਤੀ ਨਾ ਹੋਈ, ਕਰਾਮਾਤ ਨਾ ਹੋਈ, ਤੇ ਗੁਰੂ ਦਾ ਪੁੱਤਰ ਜਿਹੜਾ ਖੂਹ ਵਿੱਚ ਡਿੱਗ ਪਵੇਗਾ, ਡੁੱਬ ਕੇ ਮਰ ਜਾਵੇਗਾ। ਸਖਤ ਹੋਏ ਤਬ ਬੈਠੇ ਹੋ ਤੇ ਰਹੇ, ਜੇ ਗੁਰੂ ਦੇ ਪੁੱਤਰ ਦੇ ਕੋਲ ਕੋਈ ਇਹ ਸ਼ਕਤੀ ਕਰਾਮਾਤ ਹੋਈ ਤੇ ਫੇਰ ਗੁਰੂ ਦਾ ਪੁੱਤਰ ਨਹੀਂ ਡੁੱਬੇਗਾ, ਫੇਰ ਗੁਰੂ ਦਾ ਪੁੱਤਰ ਖੂਹ ਦੇ ਉੱਤੇ ਆ ਕਰਕੇ ਬੈਠ ਜਾਵੇਗਾ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ, ਆਪਣੀ ਸ਼ਕਤੀ ਦੇ ਬਲ ਦੇ ਨਾਲ। ਇਸ ਕੋ ਕੁਛ ਅਚਰਜ ਨਹੀਂ ਹੈ, ਕਿਉਂ ਕਰਕੇ ਉਹ ਕਹਿੰਦਾ ਉਹਨੂੰ ਉਹਦੇ ਵਾਸਤੇ ਕੋਈ ਅਸਚਰਜ ਗੱਲ ਨਹੀਂ ਹੈ। ਜੇ ਤੇ ਕੋਈ ਜਾਦੂ ਟੂਣਾ ਹੋਇਆ ਫਿਰ ਤੇ ਡਿੱਗ ਪਵੇਗਾ, ਕਿਉਂਕਿ ਜਾਦੂ ਟੂਣਾ ਐਡੀ ਛੇਤੀ ਚੱਲਣਾ ਨਹੀਂ ਹੈ। ਕਹਿਣ ਲੱਗਾ ਜੇ ਉਹਦੇ ਕੋਲ ਕੋਈ ਕਰਾਮਾਤ ਹੋਈ, ਸ਼ਕਤੀ ਹੋਈ, ਤੇ ਉਹ ਖੂਹ ਦੇ ਉੱਤੇ ਆ ਕਰਕੇ ਬੈਠ ਜਾਵੇਗਾ, ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ, ਕੋਈ ਅਸਚਰਜ ਗੱਲ ਨਹੀਂ ਹੈ। ਉਹ ਸਹਿ ਸੁਭਾਈ ਆਣ ਕਰਕੇ ਤੇ ਖੂਹ ਦੇ ਉੱਤੇ
ਬੈਠ ਜਾਵੇਗਾ। ਵਾਹਿ ਦੇ ਅਧਰਮੀ ਮੂਢ ਮੁਲਾਨੇ। ਹੁਣ ਕਵੀ ਜੀ ਕਹਿਣ ਲੱਗੇ ਜਿਹੜੇ ਬੜੇ ਅਧਰਮੀ ਪਾਪੀ ਲੋਕ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਿਹੜੇ ਬੜੇ ਮੂਰਖ ਸਨ ਉਹ ਸਾਰੇ ਇਕੱਤਰ ਹੋਏ ਔਰੰਗਜ਼ੇਬ ਨੂੰ ਇਸ ਤਰ੍ਹਾਂ ਸਲਾਹਾਂ ਦੇਣ ਲੱਗੇ। ਇਹ ਮਸਲਾਹ ਦੀਨ ਸੁਛਲ ਸਾਨੇ। ਨਵੇਂ ਤੋਂ ਨਵੀਂ ਉੱਠ ਕਰਕੇ ਸਲਾਹ ਦੇ ਦਿੰਦੇ ਨੇ। ਕਹਿੰਦੇ ਇਸ ਤਰ੍ਹਾਂ ਦੀ ਹੋਰ ਸਲਾਹ ਇੱਕ ਔਰੰਗਜ਼ੇਬ ਨੂੰ ਦੇ ਦਿੱਤੀ ਕਿ ਇਸ ਤਰ੍ਹਾਂ ਗੁਰੂ ਦੇ ਪੁੱਤਰ ਨਾਲ ਧੋਖਾ ਕਰੀਏ, ਇਸ ਤਰ੍ਹਾਂ ਦੇ ਨਾਲ ਗੁਰੂ ਦੇ ਪੁੱਤਰ ਦੇ ਨਾਲ ਛਲ ਕਰੀਏ। ਸਾਹੂ ਕਹੀ ਇਹੋ ਨੀਕ ਬਖਾਨੀ। ਤੇ ਅੱਗੋਂ ਬਾਦਸ਼ਾਹ ਵੀ ਮੰਨ ਗਿਆ, ਕਿਉਂ ਕਰਕੇ ਬਾਦਸ਼ਾਹ ਦੀ ਬੜੀ ਕੁਟਲ ਨੀਤੀ ਹੈ। ਉਹ ਵੀ ਚਾਹੁੰਦਾ ਕਿ ਗੁਰੂ ਦੇ ਪੁੱਤਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਨੀਵਾ ਵਿਖਾ ਕਰਕੇ ਤੇ ਸ਼ਰ੍ਹਾ ਵਿੱਚ ਆਂਦਾ ਜਾਵੇ। ਉਹ ਕਹਿਣ ਲੱਗਾ ਮਦਾਣੇ ਨੂੰ ਕਿ ਸ਼ਾਬਾਸ਼, ਬੜੀ ਚੰਗੀ ਗੱਲ ਤੁਸਾਂ ਕਹੀ ਹੈ, ਬੜੀ ਚੰਗੀ ਸਲਾਹ ਤੁਸਾਂ ਮੈਨੂੰ ਦੇਣਾ ਕੀਤੀ। ਇਹ ਦੋ ਬਿਦ ਮੈਂ ਜਾਏ ਸੋ ਜਾਨੀ। ਕਹਿਣ ਲੱਗੇ ਦੋਵੇਂ ਤਰੀਕੇ ਜਾਣੇ ਜਾਣਗੇ। ਜੇ ਤੇ ਗੁਰੂ ਦੇ ਪੁੱਤਰ ਕੋਈ ਜਾਦੂ ਟੂਣਾ ਹੈ, ਫਿਰ ਪਤਾ ਲੱਗ ਜਾਵੇਗਾ, ਡਿੱਗ ਪਵੇਗਾ ਖੂਹ ਦੇ ਵਿੱਚ, ਏਡੀ ਛੇਤੀ ਚੱਲਣਾ ਨਹੀਂ। ਉਹ ਇਹ ਵੀ ਪਤਾ ਲੱਗ ਜਾਏਗਾ, ਜੇ ਕੋਈ ਸ਼ਕਤੀ ਹੋਵੇ ਤਾਂ ਉਹ ਵੀ ਪਤਾ ਲੱਗ ਜਾਵੇਗਾ। ਦੋਵਾਂ ਗੱਲਾਂ ਦਾ ਪਤਾ ਲੱਗ ਜਾਵੇਗਾ ਇੱਥੇ ਆਉਣ ਦੇ ਨਾਲ। ਜਿਹੜਾ ਤੁਸਾਂ ਤਰੀਕਾ ਵਰਤਿਆ ਏ, ਜਿਹੜਾ ਹੁਣ ਤੁਸਾਂ ਤਰੀਕਾ ਮੈਨੂੰ ਦੱਸਣਾ ਕੀਤਾ ਏ, ਮਹਾ ਕਰੂਰ ਨੌਰੰਗ ਦੁਰਮਤੀ। ਇਹ ਮਹਾਨ ਕਰੂਰ ਕਹਿੰਦੇ ਜੋ ਔਰੰਗਜ਼ੇਬ ਹੈ, ਬੜਾ ਪਾਪੀ ਹੈ। ਕਿਸੇ ਪ੍ਰਕਾਰ ਦਇਆ ਉਸ ਦੇ ਮਨ ਦੇ ਵਿੱਚ ਹੈ ਹੀ ਨਹੀਂ, ਤਰਸ ਹੈ ਹੀ ਨਹੀਂ ਕਿ ਗੁਰੂ ਦਾ ਪੁੱਤਰ ਆ, ਕੋਈ ਨਾ ਕੋਈ ਲਿਹਾਜ਼ ਕਰਾਂ। ਕਹਿੰਦੇ ਬੜਾ ਕਰੂਰ ਹੈ ਤੇ ਬੜੀ ਖੋਟੀ ਮਤ ਧਾਰਨ ਕੀਤੀ ਹੋਈ ਸਾਰੇ ਤੁਰਕਾਂ ਨੇ, ਸਾਰੇ ਔਰੰਗਜ਼ੇਬ ਦੇ ਦਰਬਾਰੀਆਂ ਨੇ। ਏਤ ਪਰਖ ਬੇ ਪੁਨ ਅਜਮਤੀ। ਤੇ ਫੇਰ ਗੁਰੂ ਦੇ ਪੁੱਤਰ ਦੀ ਸ਼ਕਤੀ ਪਰਖਣ ਦੇ ਵਾਸਤੇ ਢੰਗ ਬਣਾ ਲਿਆ ਏ। ਫੇਰ ਕੋਈ ਨਾ ਕੋਈ ਤਰੀਕਾ ਲੱਭ ਲੈਣਾ ਕੀਤਾ ਕਿ ਸ਼ਕਤੀ ਇੱਕ ਵਾਰ ਫੇਰ ਪਰਖ ਲਈਏ, ਕਰਾਮਾਤ ਵੇਖ ਲਈਏ। ਲਿਖਟ ਕੂਪ ਕੇ ਸਭਾ ਲਗਾਈ। ਉਸੇ ਵੇਲੇ ਔਰੰਗਜ਼ੇਬ ਨੇ ਕੋਈ ਦੇਰੀ ਨਹੀਂ ਲਾਈ, ਆਪਣੇ ਆਦਮੀਆਂ ਨੂੰ ਕਹਿਣ ਲੱਗਾ ਕਿ ਖੂਹ ਦੇ ਉੱਤੇ ਜਾ ਕਰਕੇ ਸਾਰੀ ਵਿਛਾਈ ਕਰ ਦਿਓ ਤਰੀਕੇ ਦੇ ਨਾਲ। ਨਾਲ ਉਹ ਮਲਾਣੇ ਘੱਲ ਕਰਦੇ ਕਿ ਆਪ ਤੁਸੀਂ ਕੋਲ ਖਲੋ ਕੇ ਕਰਾਓ ਸਾਰੀ ਵਿਛਾਈ। ਤੇ ਖੂਹ ਦੇ ਉੱਤੇ ਜਾ ਕਰਕੇ ਤੇ ਔਰੰਗਜ਼ੇਬ ਨੇ ਸਭਾ ਲਾ ਲੈਣੀ ਕੀਤੀ, ਦਰਬਾਰ ਸਜਾ ਲੈਣਾ ਕੀਤਾ। ਇੱਕ ਸਮ ਫਰਸ਼ ਕੀਨ ਚੌਕਾਈ। ਚਾਰ ਚਫੇਰੇ ਇੱਕੇ ਰੰਗ ਦੀ ਚਾਦਰ, ਥੱਲੇ ਖੂਹ ਹੈ ਤੇ ਚਾਰ ਚਫੇਰੇ ਖੂਹ ਦੇ ਚਾਦਰ ਵਿਛਾ ਕਰਕੇ ਤੇ ਸਾਰਾ ਦਰਬਾਰ ਜਿਹੜਾ ਸੀ ਉਹ ਲਾ ਦੇਣਾ ਕੀਤਾ, ਸਜਾ ਦੇਣਾ ਕੀਤਾ। ਸਾਧਿਓ ਕੂਪ ਕਰੇ ਚਤੁਰਾਈ। ਤੇ ਬੜੀ ਚਤਰਾਈ ਦੇ ਨਾਲ, ਬੜੀ ਸਿਆਣਪ ਦੇ ਨਾਲ ਜਿਹੜਾ ਖੂਹ ਸੀ ਉਹ ਚਾਦਰਾਂ ਤਾਣ ਕਰਕੇ ਦੇ ਉੱਤੇ ਚਾਦਰ ਵਿਛਾ ਕਰਕੇ ਸਾਰਾ ਖੂਹ ਜਿਹੜਾ ਸੀ ਉਹ ਕੱਜ ਦੇਣਾ ਕੀਤਾ, ਢੱਕ ਦੇਣਾ ਕੀਤਾ। ਉੱਪਰ ਚੌਂਕੀ ਮਸੇ ਟਿਕਾਈ। ਤੇ ਇੰਨੀ ਚਾਦਰ ਜਿਹੜੀ ਉਹ ਵਿਛਾਈ ਹੈ ਤਰੀਕੇ ਦੇ ਨਾਲ ਕਿ ਉੱਤੇ ਚੌਂਕੀ ਵੀ ਨਹੀਂ ਟਿਕਦੀ। ਚੌਂਕੀ ਉੱਤੇ ਕਿਸੇ ਤਰੀਕੇ ਨਾਲ ਮਸਾਂ ਟਿਕਾ ਦੇਣਾ ਕੀਤੀ ਕਿ ਇਹਦੇ ਉੱਤੇ ਗੁਰੂ ਦੇ ਪੁੱਤਰ ਨੂੰ ਬਾਉਣਾ ਏ। ਚਾਦਰ ਵਿਛਾ ਕਰਕੇ ਤੇ ਮਸਾਂ ਉਸ ਦੇ ਉੱਤੇ ਚੌਂਕੀ ਜਿਹੜੀ ਸੀ ਚੰਦਨ ਦੀ ਉਹ ਟਿਕਾ ਦੇਣਾ ਕੀਤੀ, ਰੱਖ ਦੇਣਾ ਕੀਤੀ। ਚਰਨ ਧਰੇ ਜਬ ਉੱਪਰ ਆਏ। ਤੇ ਕਹਿਣ ਲੱਗੇ ਕਿ ਜਦੋਂ ਗੁਰੂ ਦਾ ਪੁੱਤਰ ਇੱਥੇ ਆ ਕਰਕੇ ਤੇ ਪੈਰ ਰੱਖੇਗਾ ਚੌਂਕੀ ਉੱਤੇ ਆ ਕਰਕੇ, ਜਾਂ ਇਸ ਕੱਪੜੇ ਉੱਤੇ ਆ ਕਰਕੇ ਗੁਰੂ ਦਾ ਪੁੱਤਰ ਪੈਰ ਰੱਖੇਗਾ ਜਦੋਂ ਇੱਥੇ ਆ ਕਰਕੇ, ਇੱਕ ਹੀ ਬਾਰ ਤਰੇ ਗਿਰ ਜਾਏ। ਤੇ ਇੱਕੇ ਵਾਰ ਹੀ ਘੜਮ ਕਰਕੇ ਥੱਲੇ ਡਿੱਗ ਪਵੇਗਾ। ਖੂਹ ਵਿੱਚ ਡਿੱਗਣ ਦੇ ਨਾਲ ਡੁੱਬ ਕੇ ਮੌਤ ਹੋ ਜਾਵੇਗੀ, ਡਿੱਗ ਕੇ ਮਰ ਜਾਵੇਗਾ, ਡੁੱਬ ਕੇ ਮਰ ਜਾਵੇਗਾ। ਇੱਕੇ ਵਾਰ ਹੀ ਕਹਿੰਦੇ ਗੁਰੂ ਦਾ ਪੁੱਤਰ ਜੋ ਹੈ ਇੱਥੇ ਆਉਣ ਦੇ ਨਾਲ, ਪੈਰ ਰੱਖਣ ਦੇ ਨਾਲ ਖੂਹ ਵਿੱਚ ਡਿੱਗ ਪਵੇਗਾ। ਸੇਖ ਮੁਲਾਨੇ ਕਾਜੀ ਕਨੇ। ਤੇ ਸੇਖ ਔਰੰਗਜ਼ੇਬ ਦੀ ਸਭਾ ਵਿੱਚ ਰਹਿਣ ਵਾਲੇ ਸੇਖ ਇੱਕ ਮੁਸਲਮਾਨਾਂ ਦੀ ਉੱਚੀ ਜਾਤੀ ਹੈ, ਆਪਣੇ ਆਪ ਨੂੰ ਉੱਚਾ ਸਮਝਦੇ ਆ। ਉਹ ਤੇ ਮਲਾਣੇ ਜੋ ਹੈ ਉਹ ਬਾਂਗ ਦੇਣ ਨੂੰ ਰੱਖੇ ਹੁੰਦੇ ਆ, ਤੇ ਕਾਜ਼ੀ ਜਿਸ ਤਰ੍ਹਾਂ ਜੱਜ ਹੁੰਦੇ ਇਸ ਤਰ੍ਹਾਂ ਫਤਵੇ ਲਾਉਣ ਵਾਲੇ। ਇਹ ਸਾਰੇ ਜਿਹੜੇ ਔਰੰਗਜ਼ੇਬ ਦੇ ਦਰਬਾਰੀ ਸਨ, ਉਸ ਦੇ ਨਾਲ ਰਹਿਣ ਵਾਲੇ ਉਸ ਦੇ ਸਲਾਹਕਾਰ ਸਨ। ਅਕਲ ਬਤਾਵੇ ਜੋ ਕੁਛ ਸੁਨੇ। ਤੇ ਜਿਹੋ ਜੀ ਬਾਦਸ਼ਾਹ ਗੱਲ ਸੁਣਨੀ ਚਾਹੁੰਦਾ ਨਾ, ਉਹਨਾਂ ਨੇ ਕੁਟਨੀਤੀ ਧਾਰਨ ਕੀਤੀ, ਉਹੋ ਜੀ ਗੱਲ ਬਣਾ ਕਰਕੇ ਬਾਦਸ਼ਾਹ ਨੂੰ ਸੁਣਾ ਦਿੰਦੇ ਨੇ। ਇਸ ਤਰ੍ਹਾਂ ਕਰੀਏ ਬਾਦਸ਼ਾਹ, ਇਸ ਤਰ੍ਹਾਂ ਕਰੀਏ, ਇਸ ਤਰ੍ਹਾਂ ਭਲਾ ਹੋਵੇਗਾ, ਇਸ ਤਰ੍ਹਾਂ ਨਾ ਬਣੇਗਾ, ਲੋਕ ਜਸ ਕਰਨਗੇ। ਉਹੋ ਜੀ ਸਲਾਹ ਅੱਗੋਂ ਜਿਹੜੇ ਆ ਔਰੰਗਜ਼ੇਬ ਨੂੰ ਬਣਾ ਕਰਕੇ ਤੇ ਦੱਸ ਦਿੰਦੇ ਨੇ। ਔਰ ਨੌਰੰਗ ਕੇ ਹਰ ਕੇ ਉਪਾਵਤ। ਤੇ ਇਸ ਤਰ੍ਹਾਂ ਦੀ ਸਲਾਹ ਦੇ ਕਰਕੇ ਤੇ ਔਰੰਗਜ਼ੇਬ ਦੀ ਖੁਸ਼ੀ ਪ੍ਰਾਪਤ ਕਰਦੇ ਨੇ, ਔਰੰਗਜ਼ੇਬ ਨੂੰ ਖੁਸ਼ ਕਰਦੇ ਨੇ। ਇਸ ਤਰ੍ਹਾਂ ਦੇ ਮੂਰਖ ਮਲਾਣੇ ਕਾਜੀ ਇਕੱਤਰ ਹੋਏ। ਸਨਮਾਨਤ ਹਸਮੁਖ ਦਿਖ ਰਾਵਤ। ਤੇ ਬਾਦਸ਼ਾਹ ਵੀ ਉਹਨਾਂ ਦੀ ਸਲਾਹ ਵੇਖ ਕਰਕੇ ਤੇ ਬੜਾ ਖੁਸ਼ ਹੁੰਦਾ, ਬੜਾ ਉਹਦਾ ਸਨਮਾਨ ਕਰਦਾ ਕਿ ਤੁਸੀਂ ਬੜੇ ਸਿਆਣੇ ਜੇ, ਤੁਹਾਨੂੰ ਬੜੀ ਅੱਲਾਹ ਤਾਲਾ ਨੇ ਅਕਲ ਬਖਸ਼ੀ ਹੋਈ ਹੈ।
ਉਹ ਬਾਦਸ਼ਾਹ ਨੂੰ ਕਹੀ ਜਾਂਦੇ ਨੇ, ਬਾਦਸ਼ਾਹ ਉਹਨਾਂ ਨੂੰ ਕਹੀ ਜਾਂਦਾ। ਸਾਰੇ ਮੂਰਖ ਇਕੱਤਰ ਹੋਏ ਨੇ, ਬੜੇ ਪਾਪੀ ਲੋਕ। ਬਨ ਬਨ ਬੈਠੇ ਸਭਾ ਤੇ ਮਜਾਰੇ। ਬਣ ਠਣ ਕਰਕੇ ਤੜਕੀ ਔਰੰਗਜ਼ੇਬ ਦੇ ਕੋਲ ਚੱਲ ਕਰਕੇ ਆ ਜਾਂਦੇ ਆ, ਦਰਬਾਰ ਲਾ ਕਰਕੇ ਬੈਠ ਜਾਂਦੇ, ਕਦੀ ਕਿਸੇ ਦਾ ਕੰਮ ਵਿਗਾੜਨ ਦੇ ਵਾਸਤੇ, ਕਦੀ ਔਰੰਗਜ਼ੇਬ ਤੋਂ ਕੋਈ ਪਾਪ ਕਰਾਉਣ ਦੇ ਵਾਸਤੇ, ਕਦੀ ਕੋਈ ਪਾਪ ਕਰਾਉਣ ਦੇ ਵਾਸਤੇ। ਤੇ ਬਣ ਬਣ ਕਰਕੇ ਆ ਕਰਕੇ ਸਭਾ ਵਿੱਚ ਬੈਠਦੇ। ਕੌਤਕ ਦੇਖਨ ਚਹਤੇ ਉਦਾਰੇ। ਤੇ ਹੁਣ ਗੁਰੂ ਦੇ ਪੁੱਤਰ ਤੋਂ ਵੀ ਕੌਤਕ ਵੇਖਣਾ ਚਾਹੁੰਦੇ ਆ, ਸ਼ਕਤੀ ਵੇਖਣੀ ਚਾਹੁੰਦੇ ਆ ਕਿ ਕਿੰਨੀ ਕੁ ਸ਼ਕਤੀ ਗੁਰੂ ਦੇ ਪੁੱਤਰ ਕੋਲ ਆ। ਇਸ ਤਰੀਕੇ ਦਾ ਉਹਨਾਂ ਨੇ ਫੇਰ ਢੰਗ ਲੱਭ ਲੈਣਾ ਕੀਤਾ, ਖੂਹ ਤੇ ਚਾਦਰ ਵਿਛਾ ਕੇ ਤੇ ਦਰਬਾਰ ਲਾ ਲੈਣਾ ਕੀਤਾ। ਪਾਂਡੇ ਸੂਬੇ ਅਰ ਉਮਰਾਵ। ਤੇ ਬਾਦਸ਼ਾਹ ਖੂਹ ਦੇ ਉੱਤੇ ਦਰਬਾਰ ਸਜਾ ਕਰਕੇ ਬੈਠਾ ਆ ਖੂਹ ਦੇ ਲਾਗੇ, ਤੇ ਬਾਦਸ਼ਾਹ ਦੀ ਹਾਜ਼ਰੀ ਦੇ ਵਿੱਚ ਸੂਬੇ ਤੇ ਉਮਰਾਵ ਜਿਹੜੇ ਨੇ ਬਾਦਸ਼ਾਹ ਦੇ ਆਦਮੀ, ਇਹ ਖਲੋਤੇ ਹੋਏ ਨੇ, ਇਹ ਵੀ ਬਾਦਸ਼ਾਹ ਦੇ ਕੋਲ ਪੁੱਜੇ ਹੋਏ ਨੇ। ਸ਼ਰਾ ਬੀਚ ਜੇ ਦਿਡ ਉਲਮਾਵ। ਤੇ ਜਿਹੜੇ ਸ਼ਰਾ ਦੇ ਵਿੱਚ ਜਿਨ੍ਹਾਂ ਦੇ ਗਲ ਦੇ ਵਿੱਚ ਸ਼ਰਾ ਦੀ ਫਾਈ ਪਈ ਹੋਈ, ਫਾਂਸੀ ਪਈ ਹੋਈ ਹੈ, ਉਹ ਵੀ ਜਿਹੜੇ ਨੇ ਉਲਮਾਵ, ਕੀ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ, ਪੜ੍ਹੇ ਲਿਖੇ ਆਪਣੇ ਆਪ ਨੂੰ ਮੰਨਣ ਵਾਲੇ ਜੋ ਵਿਦਵਾਨ ਸੀ, ਉਹ ਵੀ ਸਾਰੇ ਔਰੰਗਜ਼ੇਬ ਦੀ ਸਭਾ ਵਿੱਚ ਸੱਜੇ ਹੋਏ ਨੇ, ਬੈਠੇ ਹੋਏ ਨੇ। ਪਠਿਓ ਬੁਲਾਵਨ ਕੋ ਨਿਜ ਦੂਤ। ਤੇ ਫਿਰ ਔਰੰਗਜ਼ੇਬ ਨੇ ਗੁਰੂ ਦੇ ਪੁੱਤਰ ਨੂੰ ਬੁਲਾਉਣ ਦੇ ਵਾਸਤੇ ਆਪਣੇ ਆਦਮੀ ਨੂੰ ਭੇਜਿਆ ਕਿ ਜਾਓ ਸਤਕਾਰ ਦੇ ਨਾਲ ਗੁਰੂ ਦੇ ਪੁੱਤਰ ਨੂੰ ਲੈ ਕਰਕੇ ਆਓ, ਬੜੇ ਪ੍ਰੇਮ ਦੇ ਨਾਲ ਜਾ ਕਰਕੇ ਬੇਨਤੀ ਕਰੋ ਮੇਰੇ ਵੱਲੋਂ ਵੀ ਜਾ ਕਰਕੇ। ਆਇਓ ਜਹ ਬੈਠਿਓ ਗੁਰਪੂਤ। ਤੇ ਜਿੱਥੇ ਗੁਰੂ ਦਾ ਪੁੱਤਰ ਕੀ ਮਜਨੂ ਵਾਲੇ ਟਿੱਲੇ ਉੱਤੇ ਪੜਾ ਲਾਇਆ ਸੀ ਬਾਬਾ ਰਾਮ ਰਾਏ ਨੇ, ਉਥੇ ਔਰੰਗਜ਼ੇਬ ਦਾ ਭੇਜੇ ਹੋਏ ਆਦਮੀ ਜਿਹੜੇ ਸੀ ਗੁਰੂ ਦੇ ਪੁੱਤਰ ਦੇ ਕੋਲ ਆਏ, ਪਹੁੰਚ ਗਏ ਰਾਮ ਰਾਏ ਦੇ ਕੋਲ। ਹੱਥ ਜੋੜ ਕੇ ਕਹਿਓ ਸੁਨਾਈ। ਤੇ ਦੋਵੇਂ ਹੱਥ ਜੋੜ ਕਰਕੇ ਤੇ ਰਾਮ ਰਾਏ ਦੇ ਕੋਲ ਜਾ ਕਰਕੇ ਪਹਿਲਾਂ ਨਮਸਕਾਰ ਕੀਤੀ, ਪਖੰਡ ਕੀਤਾ, ਅਪਰਾਧੀ ਦੂਣਾ ਨੇ ਮੈਂ, ਤੇ ਜਾ ਕਰਕੇ ਤੇ ਗੁਰੂ ਦੇ ਪੁੱਤਰ ਨੂੰ ਨਮਸਕਾਰ ਕੀਤੀ। ਦੋਵੇਂ ਹੱਥ ਜੋੜ ਕਰਕੇ ਤੇ ਪ੍ਰੇਮ ਦੇ ਨਾਲ ਬੇਨਤੀ ਕਰਨ ਲੱਗੇ, ਕਹਿਣ ਲੱਗੇ, ਸਿਮਰਿਓ ਸਾਹੋ ਤੁਮਾਰੇ ਤਾਈ। ਕਹਿਣ ਲੱਗੇ ਜੋ ਸਾਡਾ ਬਾਦਸ਼ਾਹ ਨਾ ਮਹਾਰਾਜ, ਉਹ ਆਪ ਜੀ ਦਾ ਮਰੀਦ ਹੋ ਚੁੱਕਾ ਹੈ ਤੇ ਉਹ ਆਪ ਜੀ ਨੂੰ ਯਾਦ ਕਰ ਰਿਹਾ ਹੈ ਕਿ ਮੈਂ ਤੁਹਾਨੂੰ ਮਿਲਣਾ ਚਾਹਣਾ। ਉਹਨੇ ਮਿਲਣ ਦੇ ਵਾਸਤੇ ਆਪ ਜੀ ਦੇ ਵੱਲੇ ਸੁਨਾਹ ਭੇਜਣਾ ਕੀਤਾ ਹੈ। ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਯਾਦ ਕਰ ਰਿਹਾ ਏ, ਚਲੋ ਆਪ ਦਰਸ਼ਨ ਕੋ ਦੇਹੋ। ਤੇ ਉਹ ਕਹਿਣ ਲੱਗੇ ਕਿ ਆਪ ਕਿਰਪਾ ਕਰੋ, ਬਾਦਸ਼ਾਹ ਤੁਹਾਡੀ ਉਡੀਕ ਕਰ ਰਿਹਾ ਹੈ, ਦਰਬਾਰ ਸਜਾ ਕਰਕੇ ਬੈਠਾ ਹੋਇਆ ਏ, ਆਪ ਚੱਲੋ ਤੇ ਬਾਦਸ਼ਾਹ ਨੂੰ ਜਾ ਕਰਕੇ ਮਾਰੇ ਦਰਸ਼ਨ ਦੇਣੇ ਕਰੋ। ਸਭਾ ਸਾਹਿਤ ਤੁਮ ਤਿਸ ਬਿਕ ਲੇਹੋ। ਤੇ ਸਾਰੀ ਸਭਾ ਬਾਦਸ਼ਾਹ ਦੀ ਸੱਜੀ ਹੋਈ ਹੈ, ਲੋਕ ਉੱਥੇ ਆ ਕਰਕੇ ਬੈਠੇ ਹੋਏ ਨੇ, ਸੱਜੇ ਹੋਏ ਨੇ, ਤੇ ਸਾਰੀ ਸਭਾ ਦੇ ਤੁਸੀਂ ਵੀ ਦਰਸ਼ਨ ਕਰ ਲਓ ਬਾਦਸ਼ਾਹ ਦੇ ਸਮੇਤ, ਤੇ ਸਾਰੀ ਸਭਾ ਜਿਹੜੀ ਹੈ ਤੁਹਾਡੇ ਦਰਸ਼ਨ ਕਰ ਲਵੇ, ਤੁਸੀਂ ਪਹੁੰਚਣਾ ਕਰੋ ਉੱਥੇ। ਸੁਨ ਸ੍ਰੀ ਰਾਮ ਰਾਏ ਹੋਏ ਤਿਆਰੀ। ਇਹ ਗੱਲ ਸੁਣ ਕਰਕੇ ਤੇ ਰਾਮ ਰਾਏ ਨੇ ਤਿਆਰੀ ਕਰ ਲਈ ਹੈ। ਬਾਦਸ਼ਾਹ ਦਾ ਸੁਨਾਹ ਆਇਆ ਕਿ ਹੁਣ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਜਾਣਾ ਹੈ, ਮਿਲਣ ਦੇ ਵਾਸਤੇ ਆਏ ਆ। ਰਾਮ ਰਾਏ ਨੇ ਸੋਚਿਆ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਰਾਮ ਰਾਏ ਨੇ ਤਿਆਰੀ ਕਰ ਲੈਣਾ ਕੀਤੀ। ਗਮਨ ਕੀਨ ਅਜਬਤ ਅਜਮਤ ਜੁਤ ਭਾਰੀ। ਤੇ ਉਹਨੇ ਫਿਰ ਜਿਹੜਾ ਰਾਮ ਰਾਏ ਆ ਔਰੰਗਜ਼ੇਬ ਦੇ ਕੋਲ ਜਾਣ ਦੇ ਵਾਸਤੇ ਤਿਆਰੀ ਕੀਤੀ ਹੈ। ਚੱਲ ਪਿਆ ਔਰੰਗਜ਼ੇਬ ਦੇ ਕੋਲ ਜਾਣ ਦੇ ਵਾਸਤੇ ਰਾਮ ਰਾਏ ਮਜਨੂ ਵਾਲੇ ਟਿੱਲੇ ਤੋਂ। ਕਵੀ ਜੀ ਕਹਿੰਦੇ ਜਿਹੜਾ ਭਾਰੀ ਸ਼ਕਤੀਆਂ ਦੇ ਸਮੇਤ ਹੈ, ਜਿਸ ਦੇ ਕੋਲ ਕਿਸੇ ਪ੍ਰਕਾਰ ਕੋਈ ਕਰਾਮਾਤ ਦਾ ਘਾਟਾ ਨਹੀਂ, ਚੱਲ ਪਿਆ ਬੜੇ ਪ੍ਰੇਮ ਦੇ ਨਾਲ ਆਪਣੇ ਸਾਥੀਆਂ ਨੂੰ ਨਾਲ ਲੈ ਕਰਕੇ ਔਰੰਗਜ਼ੇਬ ਦੇ ਵੱਲੇ। ਜੋ ਗੁਰਦਾਸ ਆਦ ਸਿੱਖ ਸਾਥ। ਤੇ ਨਾਲ ਭਾਈ ਗੁਰਦਾਸ ਨੂੰ ਲੈ ਲਿਆ ਏ, ਤੇ ਨਾਲ ਭਾਈ ਗੁਰਦਾਸ ਦਾ ਭਰਾ ਜੋ ਤਾਰਾ ਸੀ ਉਹਨੂੰ ਲੈ ਲਿਆ। ਇਹ ਭਾਈ ਗੁਰਦਾਸ ਉਹ ਨਹੀਂ ਹੈ ਜਿਹੜਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ, ਜਿਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਾਇਆ ਸੀ। ਇਹ ਭਾਈ ਗੁਰਦਾਸ ਭਾਈ ਬੜਬੈਲੋ ਦਾ ਪੜਪੋਤਰਾ ਸੀ। ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਇਆ ਏ। ਇਸ ਨੂੰ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ ਦਿੱਲੀ ਰਾਮ ਰਾਏ ਦੇ ਕੋਲ ਭੇਜਿਆ ਸੀ। ਇਹ ਰਾਮ ਰਾਏ ਦੇ ਕੋਲ ਹੀ ਮੁੜ ਕੇ ਰਿਹਾ। ਰਾਮ ਰਾਏ ਦੇ ਪਿੱਛੋਂ ਜਦੋਂ ਮਸੰਦਾਂ ਦਾ ਬਹੁਤਾ ਜ਼ੋਰ ਪੈ ਗਿਆ, ਉਹਨਾਂ ਇਹਨੂੰ ਮਾਰਨ ਦਾ ਯਤਨ ਕੀਤਾ ਤੇ ਇਹ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੇ ਆ ਰਿਹਾ ਸੀ। ਰਸਤੇ ਵਿੱਚੋਂ ਕਿਸੇ ਨੂੰ ਪੁੱਛਿਆ ਇਹਨੇ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਣਾ ਹੈ, ਤੇ ਉਹਨਾਂ ਨੇ ਮੁੜ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਤੇ ਮਸੰਦਾਂ ਨੂੰ ਬੜੀ ਡੰਡ ਦਿੰਦੇ ਆ, ਤੇ ਤੂੰ ਹੀ ਮਸੰਦ, ਤੈਨੂੰ ਗੁਰੂ ਗੋਬਿੰਦ ਸਿੰਘ ਨੇ ਮਾਰ ਦੇਣਾ, ਤੂੰ ਗੁਰੂ ਗੋਬਿੰਦ ਸਿੰਘ ਦੇ ਕੋਲ ਨਾ ਜਾਈਂ।
ਇਹਨੇ ਸੋਚਿਆ ਕਿ ਮਸਾਂ ਮਸਾਂ ਮਸੰਦਾਂ ਦੇ ਕੋਲੋਂ ਬਚ ਕਰਕੇ ਆਏ ਆ, ਤੇ ਜੇ ਗੁਰੂ ਨੇ ਇੱਥੇ ਮਾਰਤਾ ਫਿਰ ਕੀ ਬਣੇਗਾ। ਇਹ ਗੁਰੂ ਤੋਂ ਪਾਸਾ ਕਰਕੇ ਤੇ ਜਦੋਂ ਸਤਲੁਜ ਦਰਿਆ ਪਾਰ ਕਰਨ ਲੱਗਾ, ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਸਨ। ਮਹਾਰਾਜ ਨੇ ਸੁਨਾਹ ਭੇਜਿਆ ਕਿ ਜਾਓ ਵੇਖੋ ਕੌਣ ਘੋੜਿਆਂ ਉੱਤੇ ਜਾ ਰਹੇ ਆ। ਇਹਨਾਂ ਨੇ ਅੱਗੋਂ ਕਹਿ ਦਿੱਤਾ ਕਿ ਅਸੀਂ ਬਰਾੜਿਆਂ ਮਾਲਵੇ ਦੇ ਵੱਲ ਨੂੰ ਜਾ ਰਹੇ ਹਾਂ। ਸਿੱਖ ਨੇ ਜਾ ਕਰਕੇ ਦੱਸਿਆ, ਮਹਾਰਾਜ ਨੇ ਕਿਹਾ ਭਾਵੇਂ ਬਰਾੜੀਆ ਪਰ ਸਾਨੂੰ ਮਿਲ ਕਰਕੇ ਤੇ ਇੱਕ ਵਾਰ ਜਾਣ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੇ ਗੁਰਦਾਸ ਗਿਆ ਤੇ ਮਹਾਰਾਜ ਨੇ ਕਿਹਾ, ਉਹ ਬੈਲੋ ਕਿਹਾ ਤੂੰ ਝੂਠ ਬੋਲ ਰਿਹਾ ਏ, ਸਾਡੇ ਤੋਂ ਪਾਸਾ ਕਰਕੇ ਚਲੇ ਚੱਲਿਆ ਸੈਂ। ਤੇ ਉਸ ਮੌਕੇ ਤੇ ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਆਪ ਜੀ ਦੇ ਵਾਸਤੇ ਲੋਕਾਂ ਨੇ ਗਲਤ ਜਿਹੜੀ ਫਹਿਮੀ ਦੇ ਵਿੱਚ ਪਾਤਾ ਸੀ ਕਿ ਗੁਰੂ ਗੋਬਿੰਦ ਸਿੰਘ ਤੁਹਾਨੂੰ ਮਾਰ ਦੇਵੇਗਾ, ਮਸੰਦਾਂ ਨੂੰ ਦੰਡ ਦਿੰਦੇ ਆ। ਮਹਾਰਾਜ ਕਹਿਣ ਲੱਗੇ ਠੀਕ ਅਸੀਂ ਮਸੰਦਾਂ ਨੂੰ ਦੰਡ ਦਿੰਦੇ ਆ, ਪਰ ਉਹਨਾਂ ਨੂੰ ਦਿੰਦੇ ਜਿਹੜੇ ਸਜ਼ਾ ਦੇ ਯੋਗ ਹੈ। ਤੁਸੀਂ ਗੁਰੂ ਕੇ ਹਾਜ਼ਰੀ ਵਿੱਚ ਰਹਿ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਭਾਈ ਬਹਿਲੋ ਜੀ ਦੇ ਪਰਿਵਾਰ ਦੇ ਵਿੱਚ ਤੁਹਾਨੂੰ ਅਸੀਂ ਕੀ ਕਹਿਣਾ ਹੈ। ਫਿਰ ਇਹ ਗੁਰਦਾਸ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਰਿਹਾ। ਆ ਜੋ ਸਾਰੀ ਪੰਕਤੀ ਹੈ ਨਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਜਿਹਨੂੰ ਦੂਸਰਾ ਭਾਈ ਗੁਰਦਾਸ ਕਹਿੰਦੇ, ਇਹ ਭਾਈ ਗੁਰਦਾਸ ਹੈ। ਇਹ ਹੁਣ ਰਾਮ ਰਾਏ ਦੇ ਨਾਲ ਹੈ। ਰਾਮ ਰਾਏ ਨੇ ਨਾਲ ਲੈ ਲੈਣਾ ਕੀਤਾ, ਨਾਲ ਇਸ ਦਾ ਭਰਾ ਸੀ ਤਾਰਾ। ਇਹਨਾਂ ਨੂੰ ਰਾਮ ਰਾਏ ਨੇ ਨਾਲ ਲੈ ਕਰਕੇ ਤੇ ਦਿੱਲੀ ਦੇ ਬਾਦਸ਼ਾਹ ਦੇ ਕੋਲ, ਔਰੰਗਜ਼ੇਬ ਦੇ ਕੋਲ ਆਉਣ ਦੇ ਵਾਸਤੇ ਤਿਆਰੀ ਕੀਤੀ ਹੈ। ਉਹਨੂੰ ਜਾ ਕਰਕੇ ਮਿਲੀਏ, ਕਿਉਂ ਕਰਕੇ ਔਰੰਗਜ਼ੇਬ ਦਾ ਸੁਨਾਹ ਆਇਆ ਹੈ। ਇੱਥੋਂ ਤੱਕ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਜਾਈ ਹੈ। ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਅਗਾਧ ਬੋਧ ਸਮੁੰਦਰ ਦੀ ਨਿਆਈ ਹੈ। ਤੁਛ ਬੁੱਧੀ ਦੇ ਅਨੁਸਾਰ ਬੇਨਤੀਆਂ ਕੀਤੀਆਂ ਹੈ। ਸਤਿਗੁਰਾਂ ਦਾ ਇਤਿਹਾਸ ਕਹਿੰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੈ। ਆਪ ਸਰਬੱਤ ਸੰਗਤ ਗੁਰੂ ਸਾਹਿਬ ਬਖਸ਼ਣ ਜੋਗ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ। ਇੱਥੇ ਸਮਾਪਤੀ ਹੈ ਕਥਾ ਦੀ। ਹੁਣ ਆਪ ਸਰਬੱਤ ਸੰਗਤਾਂ ਦੇ ਸਨਮੁਖ ਢਾਡੀ ਸਿੰਘ ਆਪ ਜੀ ਨੂੰ ਗੁਰੂ ਕਾ ਜਸਨਾ ਕਰਕੇ ਨਿਹਾਲ ਕਰਨਗੇ। ਆਪ ਇਸੇ ਪ੍ਰਕਾਰ ਹੀ ਸੱਜ ਕਰਕੇ ਢਾਡੀ ਸਿੰਘਾਂ ਦੇ ਪਾਸੋਂ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे हरि पियो मनहार, हे संत कै सदा संग निधारा आधार, हे ठाकुर हूँ दास रू मैं निर्गुण गुण नहीं कोय, नानक दीजै नाम दान राखो हिय परोय, आए प्रभ शरणागति कृपा नित दयाल, एक अखर हर मन बस्त नानक होत निहाल, कथा निता प्रत होत है सुनियो सिंह सुजान, नानक गुरु गोबिंद सिंह जी सदा करे कल्याण, नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ